किस्सा जिहड़ा साडे आप सब नाल असीं साझा भी कीता दविंदरपाल कौर होरां दा और उन्हां दे ਜਿਹੜੇ ਗਾਰਡੀਅਨ ਨੇ ਕਸਟੋਡੀਅਨ ਨੇ ਉਹ ਕਮਲ ਦੀਪ ਸਿੰਘ ਹੋਰਾਂ ਨੇ ਦੱਸਿਆ ਕਿ ਹਾਲਾਤ ਜਿਹੜੇ ਕੀ ਸੀ, ਕਿਵੇਂ ਹੋਇਆ ਕਿਵੇਂ ਨਹੀਂ। ਔਰ ਇਸ ਦੇ ਨਾਲ ਨਾਲ ਜਿਹੜੇ ਮਾਲਕ ਮਕਾਨ ਨੇ ਦੂਲੇ ਪਰਿਵਾਰ ਜਿਨ੍ਹਾਂ ਦੇ ਨਾਲ ਇਹ ਦੋਵਾਂ ਦੇ ਦਰਮਿਆਨ ਮਸਲਾ ਚੱਲ ਰਿਹਾ ਉਹਨਾਂ ਦੇ ਨਾਲ ਵੀ ਜਿਹੜਾ ਰਾਬਤਾ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਆਸ਼ਾਨਾ जी कीतियां गईयां। बिल्कुल। और ये जो लैंडलॉर्ड है, ये जो घर है, मेरे ख्याल से इट्स ऑन 73 एवेन्यू एंड 141 एंड 73 एवेन्यू पर। और जो लैंडलॉर्ड्स है, द लास्ट नेम इज़ डुले, और उनसे कल रात से रब्ता करने की कोशिश की गई। दीदी हमारे लिसनर्स को बताएंगे कि व्हाट एक्चुअली हैपेंड जब आपने उन्हें फ़ोन किया? जी, ਉਹਨਾਂ ਦਾ ਕੰਟੈਕਟ ਨੰਬਰ ਲੱਭਣ ਤੋਂ ਉਪਰੰਤ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਫੋਨ ਦਾ ਰਿਸਪੌਂਸ ਕਿਸੇ ਨੇ ਨਹੀਂ ਦਿੱਤਾ, ਨਹੀਂ ਪਿਕ ਕੀਤਾ। ਤੇ ਬਾਅਦ ਦੇ ਵਿੱਚ ਉਹਨਾਂ ਨੇ 2 ਵਾਰੀ ਕਾਲ ਕੀਤੀ ਜਿਹੜੀ ਕਿ ਮਸਰੂਫੀਅਤ ਦੇ ਕਾਰਨ ਮੇਰੇ ਤੋਂ ਮਿਸ ਹੋਈ। ਬਾਅਦ ਦੇ ਵਿੱਚ ਮੈਂ ਜਦੋਂ ਉਹਨਾਂ ਨਾਲ ਸੰਪਰਕ ਕੀਤਾ ਤਾਂ ਕਿਸੇ ਨੇ ਫੋਨ ਚੱਕਿਆ, ਉਹਨਾਂ ਨੇ ਦੱਸਿਆ ਮੈਂ ਉਹਨਾਂ ਦੇ ਫਰੈਂਡ ਆ ਔਰ ਉਹ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਸਨ। ਤੇ ਮੈਂ ਫਿਰ ਉਹਨਾਂ ਨੂੰ ਦੱਸਿਆ ਕਿ ਤੁਹਾਡੀਆਂ 2 ਕਾਲ ਮਿਸ ਸਨ, ਇਹ ਨਾ ਸੋਚੋ ਕਿ ਤੁਹਾਨੂੰ ਕੋਈ ਗਲਤ ਤਰੀਕੇ ਨਾਲ ਤੰਗ ਕਰਨ ਦੀ ਕੋਸ਼ਿਸ਼ ਕਰ ਰਿਹਾ, ਮੈਂ ਇਸ ਕਰਕੇ ਫੋਨ ਕੀਤਾ, ਸੌਰੀ ਅਬਾਊਟ ਬੀਇੰਗ ਲੇਟ, ਪਰ ਮੈਂ ਤੁਹਾਡੇ ਨਾਲ ਕੱਲ੍ਹ ਨੂੰ ਸਵੇਰੇ ਜ਼ਰੂਰ ਗੱਲ ਕਰਾਂਗੀ ਅਗਰ ਤੁਹਾਡੇ ਲਈ ਇਹ ਕਨਵੀਨੀਅੰਟ ਆ। ਭੈਣ ਜੀ ਮਿਸਿਸ ਦੁੱਲੇ ਦਾ ਦੱਸਿਆ ਸੀ ਕਿ ਉਹ ਸੋ ਗਏ ਨੇ। ਤੇ ਅੱਜ ਸਵੇਰੇ ਫਿਰ ਮੈਂ ਉਹਨਾਂ ਨੂੰ 3 ਵਾਰੀ ਫੋਨ ਕਰਨ ਤੋਂ ਉਪਰੰਤ ਜਦੋਂ ਉਹਨਾਂ ਦਾ ਫੋਨ ਆਇਆ, ਫੋਨ ਦੀ ਵਾਪਸੀ ਦੇ ਵਿੱਚ ਮੈਂ ਉਹਨਾਂ ਦੀ ਰਿਟਰਨ ਕਾਲ ਕੀਤੀ ਤਾਂ ਉਹਨਾਂ ਦੇ ਨਾਲ ਗੱਲਬਾਤ ਹੋਈ। ਉਹਨਾਂ ਨੇ ਦੱਸਣ ਦੀ ਮੈਨੂੰ ਕੋਸ਼ਿਸ਼ ਕੀਤੀ ਕਿ ਹਾਂਜੀ ਅਸੀਂ ਇਸ ਮਸਲੇ ਦੇ ਵਿੱਚ ਉਲਝੇ ਹੋਏ ਹਾਂ, ਪਰ ਦਵਿੰਦਰਪਾਲ ਕੌਰ ਉਹਨਾਂ ਦਾ ਜਿਹੜਾ ਮਸਲਾ ਉਹਨਾਂ ਨੇ ਉਹਦੇ ਬਾਰੇ ਗੱਲ ਨਹੀਂ ਕੀਤੀ, ਪਰ ਉਹਨਾਂ ਨੇ ਹਾਲਾਤ ਜਿਹੜੇ ਆਸ-ਪਾਸ ਨੇ ਉਹਨਾਂ ਬਾਰੇ ਔਰ ਮੀਡੀਆ ਵੱਲੋਂ ਉਹਨਾਂ ਦੇ ਨਾਲ ਗੱਲ ਕਰਨ ਦੀ ਜਿਹੜੀ ਤਰੀਕਾ ਜਿਹੜਾ ਉਹਨਾਂ ਨੂੰ ਨਹੀਂ ਜਚਿਆ ਉਸ ਦੇ ਮੁਤਲਕ ਉਹਨਾਂ ਨੇ ਗੱਲਬਾਤ ਕੀਤੀ। ਫਿਰ ਮੈਂ ਉਹਨਾਂ ਨੂੰ ਇਹ ਦੱਸਿਆ ਕਿ ਸਾਡਾ ਤੁਹਾਡੇ ਨਾਲ ਮਕਸਦ ਕੰਮ ਗੱਲ ਕਰਨ ਦਾ ਇਹ ਹੈ ਕਿ ਅਸੀਂ ਇਸ ਨੁਕਤੇ ਦੇ ਉੱਤੇ ਸਾਡੇ ਪਾਸ ਮਸਲਾ ਪਹੁੰਚਿਆ ਉਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਔਰ ਮੀਡੀਆ ਵੇਸ ਦੇ ਪਲੇਟਫਾਰਮ ਦਾ ਹਮੇਸ਼ਾ ਹੀ ਇਹ ਤੁਰ ਰਹੀ ਹੈ ਕਿ ਅਸੀਂ ਤੁਹਾਨੂੰ ਵੀ ਪੂਰਾ ਟਾਈਮ ਦਿੰਦੇ ਹਾਂ ਕਿ ਤੁਸੀਂ 6044494444 ਦੇ ਉੱਤੇ ਕਾਲ ਕਰਕੇ ਆਪਣਾ ਜਿਹੜਾ ਪੱਖ ਹੈ ਉਸ ਨੂੰ ਸਾਰਿਆਂ ਨਾਲ ਸਾਂਝਾ ਕਰ ਸਕੋ। ਇਸ ਦੇ ਵਿੱਚ ਉਹਨਾਂ ਨੇ ਮੈਨੂੰ ਇਹ ਦੱਸਿਆ ਕਿ ਸ਼ਾਇਦ ਉਹਨਾਂ ਦੇ ਜਿਹੜੇ ਵਕੀਲ ਨੇ ਉਹਨਾਂ ਨੂੰ ਇਸ ਤਰ੍ਹਾਂ ਗੱਲ ਕਰਨ ਤੋਂ ਵਰਜਿਆ। ਫਿਰ ਉਹਨਾਂ ਨੇ ਥੋੜ੍ਹੀ ਦੇਰ ਮੈਨੂੰ ਹੋਲਡ 'ਤੇ ਵੀ ਪਾਇਆ। ਹੋਲਡ 'ਤੇ ਪਾਉਣ ਤੋਂ ਬਾਅਦ ਉਹਨਾਂ ਨੇ ਆਪਣੇ ਪਤੀ ਦੇ ਨਾਲ ਗੱਲ ਕਰਨ ਤੋਂ ਬਾਅਦ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਨੇ ਦੱਸਿਆ ਕਿ ਸਾਡੇ ਵਕੀਲ ਨੇ ਸਾਨੂੰ ਦੱਸਿਆ ਕਿ ਅਸੀਂ ਅਜੇ ਇਸ ਦੇ ਉੱਤੇ 2-4 ਦਿਨ ਕੋਈ ਗੱਲ ਨਾ ਕਰੀਏ, ਸਾਡਾ ਜਿਹੜਾ ਵਕੀਲ ਹੈ ਉਹੀ ਇਸ ਗੱਲ ਦੇ ਨਾਲ ਨਜਿੱਠੇਗਾ। ਪਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਦੱਸਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ, ਪਰ ਬੀਬਾ ਜਿਹੜੀ ਦਵਿੰਦਰਪਾਲ ਕੌਰ ਉਹਨਾਂ ਦਾ ਜਿਹੜਾ ਮਸਲਾ ਉਸ ਦੇ ਬਾਰੇ ਉਹਨਾਂ ਨੇ ਕੋਈ ਬਹੁਤੀ ਜ਼ਿਆਦਾ ਜਾਣਕਾਰੀ ਦੇਣ ਦੀ कोशिश नहीं की। बिल्कुल। और आपकी जब बातचीत हो रही थी मिसेस दुल्ले के साथ, मैं भी उस बात को सुन रही थी और उन्होंने अपने जो डिप्रेशन है या सैडनेस है उसके बारे में भी बात की। उन्होंने कहा कि उनके जो बेटा है वो कोविड के दरमियान उनकी सेहत ख़राब होने की वजह से उनकी इंतकाल हो गया और उसके वजह से वो काफ़ी परेशान है और डिप्रेस्ड है और सैड है। और अंडरस्टैंड कर सकती हूँ कि इस तरह के मोमेंट्स आ जाते हैं जब हम डिप्रेशन में होते हैं और जब हमसे कोई गलतियाँ हो जाती है और हम गलतियाँ कर बैठते हैं और बाद में रियलाइज़ करते हैं कि ये नहीं होना चाहिए था, ऐसे नहीं होना चाहिए था। शी साउंडेड लाइक अ वेरी नाइस वुमन। और मैं चाहूँगी आज हम्बली रिक्वेस्ट करना चाहूँगी इस प्लेटफॉर्म से, मीडिया वेव्स के, कि अगर आप गोइंग थ्रू डिप्रेशन हो या आपके अंदर कोई सैडनेस है या कोई इश्यूज चल रहे हैं, तो दविंदरपाल कौर जो कुड़ी है, जो आपके टेनेंट है, आपके घर में शेयर्ड एकोमोडेशन लेकर रह रही है, उसके साथ इंसाफ करो। हम लोग वो लोग हैं जो दूसरों को खाना खिलाते हैं, दूसरों को घर में पनाह देते हैं। आज ये छोटी लड़की है, उनके पेरेंट्स भी यहाँ नहीं है, माँ बाप नहीं है यहाँ। सो वी शुड लुक आफ्टर वन अनदर। एक दूसरे का अगर हम ख्याल नहीं करेंगे तो कौन करेगा? मैं डायरेक्ट एक मैसेज भेजना चाहूँगी मिसेस दुल्ले को, फॉरगेट अबाउट एवरीथिंग, जो हुआ सो हुआ। प्रॉब्लम्स हर किसी के यहाँ होती है। हम लोग कई कुछ काम ऐसे कर जाते हैं जब हमारे दिल सैड होता है या हम परेशान होते हैं किसी बात से। लेकिन ये सुनकर बहुत दुख हुआ
कि देविंदर पाल कौर जो 18 साल से कम उम्र की लड़की है, जो आपके घर में टेनेंट है, उनके पास खाने के लिए कुछ नहीं है, और कोई अगर उन्हें खाना देने के लिए जाते हैं तो उन्हें वहाँ से भगाया जाता है। प्लीज़ कम से कम इस बच्ची को खाने पीने का ऐसे ना रोको। लेट पीपल कम एंड गिव हर फूड। शी इज़ अ टेनेंट, वो रेंट पे की है आपको। लेट हर लिव पीसफुली जितने दिन तक वो वहाँ रहेगी। हमें एक दूसरे को हेल्प ही करना चाहिए। लेट्स सी कि आप ये काम कर सकती है या नहीं। लैंडलॉर्ड्स की कई रिस्पॉन्सिबिलिटीज़ होते हैं, इसीलिए किराए दिया जाता है, इसीलिए रेंट दिया जाता है। और अगर इस लड़की के पास खाने के लिए आज सामान नहीं है, अगर आप उन्हें फूड नहीं प्रोवाइड कर सकती हो, विच आपकी जिम्मेदारी नहीं है, लेकिन अगर आप उन्हें कुछ खाने पीने के लिए नहीं दे सकती हो तो लेट पीपल हेल्प हर। इस वक्त हमारे प्लेटफॉर्म से जितने भी लोग सुन रहे हैं, आई एम 110% श्योर कि कोई ना कोई उन्हें ब्रेकफास्ट, लंच, डिनर ज़रूर प्रोवाइड कर सकते हैं। हम लोगों का सबसे पहला फ़र्ज़ ह्यूमैनिटी है, और आज हमारे ही शहर में, हमारे ही आई शुड से पिंड में एक लड़की है जिसको आज खाना नहीं मिल रहा है। शी डजंट हैव फूड, शी डजंट हैव हर नेसेसिटीज ऑफ लाइफ। और हम लोग कैसे आराम से खाकर पीकर घूम रहे। सो मिसेस दुलदई, अगर आप हमारी आवाज़ सुन रहे हैं, आपसे प्रार्थना है, हम्बल रिक्वेस्ट है कि प्लीज़ ये ना जुल्म ना करो। लेट हर हैव हर फूड, लेट हर हैव अ लाइफ। उन्हें खुल के जीने का मौका दो जब तक वो आपके टेनेंट है, और लीगली आप उसको नोटिस भी दे सकती हो कि वो आपके घर से निकल जा सके। लेकिन इससे से जुल्म इस मुल्क में, इस शहर में अच्छा नहीं लगता, और ख़ास तौर से अपने पंजाबी फैमिली ये काम करते हुए शोभा नहीं देता। वी शुड नॉट बी डूइंग दिस। गलतियां हम सारे करते हैं, वी ऑल डू इट, लेकिन गलतियां करके जो सबसे पहले सीख जाता है, जो लर्न करते हैं मिस्टेक से, वही सबसे बड़े इंसान होते हैं। सो मेक श्योर करो कि इफ़ शी इज़ हंग्री, इफ़ यू कैन नॉट प्रोवाइड हर फूड, you can call the guardian, or you can call anybody else. You can tell the neighbors or anybody, or call us at 604-449-4444. We will be happy to go provide her food. लेकिन ये जुल्म इस शहर में ना करो प्लीज़। आपके भी बच्चे होंगे, आपके भी नीज़ेस नेफ्यूज़ होंगे। अगर कोई उनके साथ ऐसा कोई हरकत करे तो आपको बुरा लगेगा। You'll be very upset. इसी तरह से आज इस लड़की के साथ जो जुल्म हो रहा है देविंदर पाल कौर के साथ, हमें सुनकर बहुत अफसोस हो रही है कि हम लोग सोचते हैं कि हम इस मुल्क कनाडा में रहते हैं जहाँ पर ऐसे कोई हरकत नहीं होता। लेकिन जस्ट सोचिए, एक न्यू इमिग्रेंट महीना पहले इस मुल्क में आई है और उसके साथ ये सब कुछ हो रहा है, और वो बर्दाश्त किस तरह से कर रही है। ये गलत बात है कि नहीं? व्हाट डू यू थिंक दीदी? बिल्कुल हर पक्ष ਤੋਂ ਇਹ ਗਲਤ ਹੈ। ਮੈਂ ਇਹ ਮੰਨਦੀ ਹਾਂ ਕਿ ਸਭ ਤੋਂ ਮਾੜਾ ਝਗੜਾ ਮਕਾਨ ਮਾਲਕ ਤੇ ਕਿਰਾਏਦਾਰ ਦੇ ਦਰਮਿਆਨ ਹੁੰਦਾ ਹੈ। ਪਰ ਬੱਚੀ ਦੀ ਉਮਰ ਨੂੰ ਦੇਖਦੇ ਹੋਏ ਇਸ ਮੁਲਕ ਦੇ ਵਿੱਚ ਇੰਨਾ ਥੋੜਾ ਸਮਾਂ ਆਉਣ ਤੋਂ ਉਪਰੰਤ ਇਸ ਤਰ੍ਹਾਂ ਦੇ ਹਾਲਾਤਾਂ ਦੇ ਨਾਲ ਇਕੱਲੇ ਜੂਝਦੇ ਹੋਏ ਕਿਸੇ ਵੀ ਤਰੀਕੇ ਨਾਲ ਵਾਜਬ ਨਹੀਂ। ਸਾਡੇ ਵਿੱਚੋਂ ਕਿਹੜਾ ਹੈ ਜਿਸ ਨੇ ਇੱਥੇ ਆਮਦ ਦੇ ਪਹਿਲੇ 6 ਮਹੀਨੇ ਤੇ ਸਾਲ ਦਾ ਨਰਕ ਨਹੀਂ ਕੱਟਿਆ। ਉਹ ਜਾਣਦੇ ਹੋਏ ਇੰਨੇ ਹੀ ਮੁਲਕਾਂ ਦੇ ਵਿੱਚ ਬੇਅੰਤ ਲੋਕ ਨੇ ਜਿਨ੍ਹਾਂ ਨੇ ਸਾਡੀ ਮਦਦ ਲਈ ਵੀ ਅੱਗੇ ਆਏ ਹੈ। ਯਾਦ ਰਹੇ, ਅਸੀਂ ਸਰੀ 'ਚ ਰਹਿੰਦੇ ਹਾਂ, ਸਾਡੀ ਅਜੇ ਵੀ ਪਿੰਡਾਂ ਵਾਲੀ ਵਿਚਾਰਧਾਰਾ ਹੈ। ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ, ਔਰ ਖਾਸ ਤੌਰ ਦੇ ਉੱਤੇ ਜਿੱਥੇ ਬੱਚੀਆਂ ਹੋਣ, ਉਹਨਾਂ ਦੇ ਨਾਲ ਕਿਸੇ ਵੀ ਤਰੀਕਾਂ ਦੀ ਬਦਸਲੂਕੀ ਜਾਂ ਮਾੜਾ ਵਰਤਾਵ, ਉਹਨਾਂ ਦਾ ਸ਼ੋਸ਼ਣ ਜਿਹੜਾ ਹੈ, ਜਿੰਨੀ ਦੇਰ ਅਸੀਂ ਜਿਉਂਦੇ ਹਾਂ ਉਨੀ ਦੇਰ ਤਾਂ ਜੀ ਬਰਦਾਸ਼ਤ ਹੋ ਨਹੀਂ ਸਕਦਾ, ਔਰ ਨਾ ਹੀ ਹੋਣਾ ਚਾਹੀਦਾ, ਨਾ ਹੀ ਹੋਣਾ ਚਾਹੀਦਾ। ਸਵਾਲ ਨਾਲ ਇਹ ਵੀ ਪਿੱਛੇ ਉੱਠਿਆ ਆਸ਼ਾਨਾ ਜੀ, ਇਹ ਕਦੋਂ ਤੋਂ ਹੋਇਆ ਕਿ ਸਾਨੂੰ ਪੰਜਾਬੀਆਂ ਨੂੰ ਆਪਣੇ ਕਿਰਦਾਰ ਤੇ ਖੁਦਾਰੀ ਤੋਂ ਪੈਸਾ ਅਤਾਹ ਹੋ ਗਿਆ?
ਪੰਜਾਬੀ ਸਰਦਾਰਾਂ ਨੂੰ ਹਮੇਸ਼ਾ ਆਪਣਾ ਕਿਰਦਾਰ ਤੇ ਆਪਣੀ ਖੁਦਾਰੀ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਅਹਿਮ ਰਹੀ ਹੈ। ਫਿਰ ਇੱਕ ਬੱਚੀ ਨੂੰ ਘਰ ਦੇ ਵਿੱਚ ਇੱਕ ਤਰੀਕੇ ਨਾਲ ਨਜ਼ਰਬੰਦ ਰਹਿਣ ਦੇ ਲਈ ਭੁੱਖੇ ਭਾਣੇ ਮਜਬੂਰ ਕਰਨ ਵਾਲੇ ਹਾਲਾਤਾਂ ਦੇ ਵਿੱਚ ਅਸੀਂ ਦਾਨ ਪੁੰਨ ਕਾਹਦਾ ਸੋਚ ਕੇ ਕਰਦੇ ਹਾਂ, ਕਾਹਦੇ ਲਈ ਕਰਦੇ ਹਾਂ। ਕਹਿਣੀ ਕਰਨੀ ਦੇ ਵਿੱਚ ਜਿਹੜਾ ਅੰਤਰ ਹੈ, ਮੈਂ ਮੰਨਦੀ ਹਾਂ ਬਹੁਤ ਸਾਰੇ ਮਨ ਨੇ ਜਿਹੜੇ ਭਾਵਕ ਹੋ ਕੇ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਕਿਰਾਏਦਾਰ ਤੇ ਮਾਲਕ ਮਕਾਨ ਦੇ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਦੇ ਕਦਮ ਚੁੱਕਦੇ ਆ ਜਿਹੜੇ ਦੋਵੇਂ ਤਰ੍ਹਾਂ ਪਛਤਾਉਂਦੀਆਂ ਨੇ। ਇਹ ਗੈਰ ਕਾਨੂੰਨੀ ਕੰਮ ਨੇ, ਕਿਸੇ ਦੇ ਦਸਤਾਵੇਜ਼ ਨੇ ਜਿਹੜੇ ਆਸ਼ਾ ਨਾ ਗਾਇਬ ਕਰ ਦੇਣਾ ਜਾਂ ਕਿਸੇ ਵੀ ਤਰੀਕੇ ਨਾਲ ਚਲੇ ਜਾਣਾ, ਕਹਿਣਾ ਜੀ ਇੱਕ ਚੀਜ਼ ਦੀ ਚੋਰੀ ਹੋ ਗਈ, ਭੰਨ ਨਹੀਂ, ਕੋਈ ਤੋੜ ਨਹੀਂ, ਕੋਈ ਬ੍ਰੇਕ ਇਨ ਐਂਟਰ ਨਹੀਂ, ਤੇ ਫਿਰ ਦਸਤਾਵੇਜ਼ ਨੇ ਉਹ ਕਿੱਥੇ ਚਲੇ ਗਏ। ਇਹਦਾ ਮਤਲਬ ਘਰ ਦੇ ਵਿੱਚ ਰਹਿਣ ਵਾਲਾ ਹਰ ਜਿਹੜਾ ਵਿਅਕਤੀ ਹੈ ਉਸ ਇਸ ਚੋਰੀ ਦੇ ਲਈ ਜ਼ਿੰਮੇਵਾਰ ਹੋ ਸਕਦਾ ਹੈ, ਔਰ ਇਹ ਕ੍ਰਿਮੀਨਲ ਅਫੈਂਸ ਹੈ। ਚਾਹੇ ਉਸ ਏਰੀਏ ਦੇ ਵਿੱਚ ਰਹਿਣ ਵਾਲੇ ਲੋਕ ਨੇ, ਚਾਹੇ ਮਕਾਨ ਮਾਲਕ ਨੇ। ਜਦੋਂ ਤੁਸੀਂ ਕਿਸੇ ਤੋਂ ਕਿਰਾਇਆ ਲੈਂਦੇ ਹੋ ਤਾਂ ਉਸ ਨੂੰ ਸੇਫ এনवायरमेंट ਪ੍ਰੋਵਾਈਡ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੋ ਜਾਂਦੀ ਹੈ, ਤੁਹਾਡੀ ਹੋ ਜਾਂਦੀ ਹੈ। ਔਰ ਜਦੋਂ ਬੱਚਾ ਮਾਈਨਰ ਹੈ ਤਾਂ ਸੋਸ਼ਲ ਸਰਵਿਸਿਜ਼ ਦੇ ਨਾਲ ਨਾਲ ਫੈਮਿਲੀ ਦਾ ਜਿਹੜਾ ਮੰਤਰਾਲਾ ਉਹ ਵੀ ਇਨਵੋਲਵ ਹੁੰਦਾ ਹੈ। ਔਰ ਇਹ ਕੈਨੇਡਾ ਹੈ ਜਿਹਦੇ ਵਿੱਚ ਬੱਚਿਆਂ ਨਾਲ ਬਦਸਲੂਕੀ, ਮਾੜਾ ਵਰਤਾਵ ਹੈ ਜਿਹੜਾ ਨਾ ਅੱਜ ਤੱਕ ਬਰਦਾਸ਼ਤ ਹੋਇਆ, ਨਾ ਹੀ ਹੋਣਾ ਚਾਹੀਦਾ। ਘਰ ਦੇ ਅੰਦਰ ਮੈਂ ਮੰਨਦੀ ਹਾਂ ਹਮ ਉਮਰ ਕਿੰਨੇ ਸਾਰੇ ਲੋਕ ਅਗਰ ਰਹਿੰਦੇ ਆ ਉਹਨਾਂ ਦੇ ਵਿੱਚ ਇਸ ਪ੍ਰਕਾਰ ਦੇ ਵਾਤਾਵਰਨ ਹੋ ਸਕਦੇ ਆ, ਪਰ ਜਿੱਥੇ ਮੀਆਂ ਬੀਵੀ ਸ਼ੇਅਰ ਕਰਦੇ ਹੋਣ ਪਲੇਸ, ਸ਼ੇਅਰਡ ਅਕੋਮੋਡੇਸ਼ਨ ਦੇ ਵਿੱਚ ਮੈਂ ਵੀ ਰਹੀ ਹਾਂ। ਸ਼ੇਅਰਡ ਅਕੋਮੋਡੇਸ਼ਨ ਦੇ ਵਿੱਚ ਇਹ ਕਲੀਅਰ ਹੁੰਦਾ ਕਿ ਤੁਸੀਂ ਅਲੱਗ ਇਕੱਲੇ ਕਮਰਾ ਲੈਣਾ ਹੈ। ਦੇ ਡੂ ਦੈਟ। ਸਾਨੂੰ ਉਸ ਚੀਜ਼ ਵੱਲ ਅਸ਼ਾਨਾ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਮਸਲੇ ਨੂੰ ਨਜਿੱਠਣਾ ਚਾਹੀਦਾ ਇਸ ਤੋਂ ਪਹਿਲਾਂ ਕਿ ਸਾਰਿਆਂ ਦੇ ਲਈ ਇੱਕ ਸ਼ਰਮਨਾਕ ਘਟਨਾ ਬਣ ਜਾਵੇ। बिल्कुल वैसे इस वक्त जैज़ आई नो कि कल भी इस बारे में बातचीत मीडिया के थ्रू हुई है, क्या इससे कोई रिजल्ट आपको मिला? डिड एनी रिस्पांस कम फ्रॉम द डुलाई फैमिली और उन्होंने लैंडलॉर्ड्स ने कोई रिस्पॉन्ड दी? नो, पर एक चीज़ मैं नोटिस की है ਉਹ ਦਿਨ ਵੀ ਜਦੋਂ ਮੈਂ ਗਈ ਸੀ ਤੇ ਅੱਜ ਵੀ ਜਦੋਂ ਤੁਸੀਂ ਲੈਂਡਲॉर्ड ਨਾਲ ਗੱਲ ਕੀਤੀ ਸੀ ਉਹ ਬਹੁਤ ਕੇਅਰਫੁਲੀ ਆਪਣੇ ਵਰਡਸ ਯੂਜ਼ ਕਰਦੇ ਆ। ਹੁਣ ਜਿੱਦਾਂ ਉਹਨਾਂ ਨੇ ਅੱਜ ਕਿਹਾ ਸੀ ਕਿ ਸਾਡੇ ਜਿਹੜੀਆਂ 2 ਕੁੜੀਆਂ ਨਾਲ ਰਹਿੰਦੀਆਂ ਫ੍ਰੀ, ਉਹ ਫ੍ਰੀ ਵਰਡ ਐਡ ਕਰ ਦਿੰਦੇ ਆ ਬਿਕਾਜ਼ ਦੇ ਨੋ ਕਿ ਹੁਣ ਥੋੜਾ ਜਿਹਾ ਟਰਬਲ ਹੋਗੀ। ਬਿਕਾਜ਼ ਈਵਨ ਉਦੋਂ RCMP ਨੇ ਕਿਹਾ ਸੀ ਕਿ ਆਹ ਜਿਹੜੇ ਰੂਮ ਰੈਂਟਲਸ ਆ ਆਈ ਡੋਂਟ ਥਿੰਕ ਕਿ ਉਹ ਲੀਗਲ ਆ, ਤੇ ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਹੁਣ ਇਹਨਾਂ ਨੂੰ ਇਨਵੈਸਟੀਗੇਟ ਕਰਾਂਗੇ। जी बिल्कुल। जो कॉन्वर्सेशन हमारे साथ मीडिया वेव्स के थ्रू मिसेस दुल्लाई के साथ हुई है, वी आर नॉट गोना पुट दैट इन पब्लिक एट दिस मोमेंट, बट येस वी डिड हैड अ कॉन्वर्सेशन विद हर जिसमें उसने ये बताया है कि उसके लॉयर ने मना किया है कि वो कोई भी बात किसी भी मीडिया आउटलेट के साथ करे, एंड वी रिस्पेक्ट दैट। और वापस आते हैं जी कुछ व्यापारिक संदेशों के बाद। ਹੋਰ ਰਾਤ ਦੇ 2 ਵੱਜ ਗਏ, ਭੁੱਖ ਨਾਲ ਢਿੱਡ 'ਚ ਚੂਹੇ ਦੌੜਦੇ ਨੇ। ਚੱਲ ਇਹਨਾਂ ਨੂੰ ਵੀ ਖਿਲਾ ਪਿਲਾ ਦਿੰਨੇ ਆ। ਪਾਇਲ ਬਿਜ਼ਨਸ ਸੈਂਟਰ 'ਚ ਪਾਇਲ ਚਾਟ ਹਾਊਸ 24 ਆਵਰ ਖੁੱਲਦੇ ਨੇ। ਸਵੇਰੇ 4 ਵਜੇ ਤੋਂ ਲੈ ਕੇ 11 ਵਜੇ ਤੱਕ ਹਰ ਤਰ੍ਹਾਂ ਦੇ ਪਰੌਂਠਿਆਂ ਦਾ ਬਣੋ ਆਨੰਦ। ਬਾਕੀ 24 ਘੰਟੇ ਹਰ ਤਰ੍ਹਾਂ ਦੇ ਤੰਦੂਰੀ ਵੈਜ ਨਾਨ ਵੈਜ ਖਾਣੇ ਆਰਡਰ ਕਰੋ ਜਾਂ ਫਿਰ ਬੈਠ ਕੇ ਖਾਓ। 6045961990। ਪਾਇਲ ਚਾਟ ਹਾਊਸ ਆਉਣ ਲੱਗੇ ਬਿੱਟੂ ਲਈ ਗੋਟ ਮੀਟ ਵੀ ਲੈ ਆਵਾਂਗੇ। ਹੋਰ ਤਾਂ ਹੋਰ ਪਾਰਟ ਤੇ 100 ਬੰਦੇ ਤੱਕ ਦੀ ਕੇਟਰਿੰਗ ਘਰ ਜਾ ਕੇ ਤੰਦੂਰ ਲਾ ਕੇ ਕਰਦੇ ਨੇ। ਅੱਜ ਹੀ ਕਰੋ ਕੇਟਰਿੰਗ ਬੁੱਕ 6045187444 ਪਾਇਲ ਚਾਟ ਹਾਊਸ। ਘਰ ਖਰੀਦਣਾ ਚਾਹੁੰਦੇ ਹੋ ਜਾਂ ਘਰ ਵੇਚਣਾ ਚਾਹੁੰਦੇ ਹੋ, ਫਾਈਨ ਪ੍ਰਿੰਟਸ ਨੂੰ ਪੜ੍ਹਨਾ ਤੇ ਸਮਝਣਾ ਅਤਿਅੰਤ ਜ਼ਰੂਰੀ ਹੈ। ਇਹ ਸਿਰਫ ਔਰ ਸਿਰਫ ਭਰੋਸੇਮੰਦ ਰੀਅਲਟਰ ਹੀ ਕਰ ਸਕਦੇ ਹਨ। ਘਰ ਵੇਚਣ ਦਾ ਮਨ ਬਣਾਇਆ ਜਾਂ ਘਰ ਖਰੀਦਣਾ ਚਾਹੁੰਦੇ ਹੋ, ਸਹੀ ਤੇ ਭਰੋਸੇਯੋਗ ਸਲਾਹ ਦੇ ਲਈ ਕਾਲ ਕਰੋ 30 ਸਾਲ ਦਾ ਤਜਰਬਾ ਰੱਖਣ ਵਾਲੀ ਰੀਅਲਟਰ ਕੁਲਜੀਤ ਕੌਰ ਨੂੰ। SRS Panorama Realty 6047679992 6047679992। ਕੁਲਜੀਤ ਕੌਰ। ਐਕਸਪ੍ਰੈਸ ਐਂਟਰੀ ਦੇ ਵਿੱਚ PR ਲਈ ਅਪਲਾਈ ਕਰਨਾ ਹੈ ਤਾਂ ਆਈਡੀਆ ਇਮੀਗ੍ਰੇਸ਼ਨ ਦੇ ਨਵਨੀਤ ਸ਼ਰਮਾ ਜੀ ਨੂੰ ਕਰੋ ਕਾਲ 6045971119 ਤੇ। BC ਦੇ ਵਿੱਚ PNP ਜਾਂ ਫਿਰ ਸਸਕੈਚੁਅਨ ਦੇ ਵਿੱਚ SINP ਦੇ ਲਈ ਗਾਈਡੈਂਸ ਦੀ ਲੋੜ ਹੈ
ਸਟੂਡੈਂਟਸ ਨੇ ਐਪਲੀਕੇਸ਼ਨ ਫਾਈਲ ਕਰਨੀ ਹੈ। ਸਟੱਡੀ ਵੀਜ਼ਾ, ਵਰਕ ਪਰਮਿਟ, ਮੈਰਿਜ, LMIA ਐਪਲੀਕੇਸ਼ਨ, ਓਨਰ ਆਪਰੇਟਰ ਜਾਂ ਫਿਰ ਇਨਵੈਸਟਮੈਂਟ ਐਪਲੀਕੇਸ਼ਨ, ਕੇਅਰ ਗਿਵਰ ਨੈਨੀ ਪ੍ਰੋਗਰਾਮ ਦੇ ਲਈ ਅਪਲਾਈ ਕਰਨ ਦੇ ਵਿੱਚ ਮਦਦ ਕਰਦੇ ਨੇ। ਆਈਡੀਆ ਇਮੀਗ੍ਰੇਸ਼ਨ ਦੇ ਦਫ਼ਤਰ ਸਰੀ ਕਲੋਨਾ ਤੇ ਰਜ਼ਾਈਨਾ ਵਿਖੇ ਨੇ। ਸਰੀ ਦਾ ਦਫ਼ਤਰ ਯਾਰਕ ਸੈਂਟਰ ਵਿਖੇ ਯੂਨਿਟ ਨੰਬਰ 2097928128 ਸਟੇਟ 6045971119 ਆਈਡੀਆ ਇਮੀਗ੍ਰੇਸ਼ਨ। ਘਰ ਦਾ ਪਲਾਨ ਤੇ ਬਣ ਗਿਆ, ਟੂਟੀਆਂ ਤੇ ਟੱਬ ਕਿੱਥੋਂ ਲੈਣੇ ਆ ਸ਼ੇਰਿਆ? ਸਰਦਾਰ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਤੇ ਸਭ ਤੋਂ ਸੋਹਣਾ ਸ਼ੋਰੂਮ ਹੈ HD ਪ੍ਰੋਡਕਟ। ਇਹ ਤੋਂ ਬਿਨਾ ਕਿਤੇ ਹੋਰ ਗੱਲ ਨਹੀਂ ਬਣਨੀ। ਕਮਾ ਓਏ ਫੋਨ 604 231 9592। ਹੁਣੇ ਲਓ ਸਰਦਾਰ 604 231 9592। ਆਪਣੇ ਡ੍ਰੀਮ ਹਾਊਸ ਵਿੱਚ ਬਾਥਰੂਮ ਅਤੇ ਕਿਚਨ ਦੀ ਯੂਨੀਕ ਲੁੱਕ ਵਾਸਤੇ ਇੱਕ ਗੇੜਾ HTA ਦੇ ਸ਼ੋਰੂਮ ਸਿੰਪਸਨ ਅਤੇ ਬ੍ਰਿਜਪੋਰਟ ਦੇ ਕਾਰਨਰ ਤੇ ਜ਼ਰੂਰ ਮਾਰੋ। ਕਾਲ HTA 604 231 9592। बिरयानी, गोट कढ़ाई, निहारी चिकन कढ़ाई, बारबेक्यू बीफ कबाब कढ़ाई। ਕਿਹੜਾ ਖਾਣ ਪੀਣ ਦਾ ਮੰਤਰ ਪੜ ਰਹੀ ਹੈ? ਇਹ ਮੰਤਰ ਹਾਊਸ ਆਫ ਚਿਕਨ ਦੇ ਡਿਸ਼ਸ ਦਾ ਹੈ। ਚਾਹੇ वो बिरयानी हो या फिर गोट कढ़ाई, कल दे डिनर भूल नहीं सकती। अभी भी हाथों से खुशबू नहीं जा रही। ਹਾਂ ਮੈਂ ਵੀ ਸੁਣਿਆ ਹਾਊਸ ਆਫ ਚਿਕਨ ਦਾ ਕ੍ਰਿਸਪੀ ਗ੍ਰਿਲਡ ਚਿਕਨ ਜਾਂ ਫਿਰ ਤੰਦੂਰੀ ਚਿਕਨ, ਵਿੰਗਸ, 버ਗਰ, ਪੈਰੀ ਪੈਰੀ ਬਹੁਤ ਹੀ ਸਵਾਦ ਨੇ। ਪਹੁੰਚੋ 8223 120th ਸਟਰੀਟ ਡਲਟ ਵਾਲੇ ਪਾਸੇ। ਟੈਲੀਫੋਨ ਨੰਬਰ 2364661119। ਇੱਕ ਵਾਰੀ ਹਾਊਸ ਆਫ ਚਿਕਨ ਦੀ ਬਿਰਿਆਨੀ ਖਾਓਗੇ, ਪਾਕਿਸਤਾਨ ਦੀ ਬਿਰਿਆਨੀ ਭੁੱਲ ਜਾਓਗੇ। ਹਾਊਸ ਆਫ ਚਿਕਨ। ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਸਹੀ ਸਲਾਹ ਤੁਹਾਡੇ ਹਿੱਤ ਦੇ ਵਿੱਚ ਫੈਸਲੇ ਕਰਵਾਉਂਦੀ ਹੈ, ਜਿਸ ਲਈ ਨਿਊ ਵਰਲਡ ਕੈਨੇਡਾ ਇਮੀਗ੍ਰੇਸ਼ਨ ਸਰਵਿਸਿਜ਼ ਦੇ ਬਲਵਿੰਦਰ ਜੀਤ ਬਾਸੀ ਨੂੰ ਕਰੋ ਕਾਲ 604 572 4000। ਇਹ ਸਰਟੀਫਾਈਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਤੇ ICCRC ਦੇ ਮੈਂਬਰ ਨੇ ਔਰ 2011 ਤੋਂ ਸੇਵਾਵਾਂ ਦੇ ਰਹੇ ਹਨ। ਇਮੀਗ੍ਰੇਸ਼ਨ ਦੇ ਹਰ ਮਸਲੇ ਦੇ ਲਈ ਕਰੋ ਕਾਲ 604 575 8000, ਯੂਨਿਟ ਨੰਬਰ 403 83 18 120 ਸਟਰੀਟ ਸਰੀ, ਜਾਂ ਵਿਜ਼ਿਟ ਕਰੋ www.newworldcanada.ca। ਮੀਡੀਆ ਵੇਜ਼ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਸਪਾਂਸਰ ਨੇ ਬਲੈਕ ਐਂਡ ਵਾਈਟ ਆਟੋ ਬਾਡੀ ਵਾਲੇ। ਐਕਸੀਡੈਂਟ ਹੋ ਗਿਆ, ਗੱਡੀ ਟੁੱਟ ਭੱਜ ਗਈ ਹੈ ਤਾਂ ਬਲੈਕ ਐਂਡ ਵਾਈਟ ਆਟੋ ਬਾਡੀ ਵਾਲਿਆਂ ਨਾਲ ਸੰਪਰਕ ਕਰੋ। ਬੈਸਟ ਕਸਟਮਰ ਸਰਵਿਸ ਦਿੰਦੇ ਨੇ, ਪ੍ਰੋਫੈਸ਼ਨਲ ਨੇ ਪੂਰੇ, ਪਰਫੈਕਟ ਕਲਰ ਮੈਚਿੰਗ ਕਰਨ ਦੇ ਵਿੱਚ ਮਾਹਰ ਨੇ। ਔਰ ਬਲੈਕ ਐਂਡ ਵਾਈਟ ਆਟੋ ਬਾਡੀ ਵਾਲਿਆਂ ਦਾ ਕਹਿਣਾ ਕਿ ਕਲੇਮ ਤੁਹਾਡਾ ਪ੍ਰਾਈਵੇਟ ਹੈ ਜਾਂ ICBC ਦੇ ਕਲੇਮ ਦੇ ਅੰਤਰਗਤ ਆਪਣੀ ਗੱਡੀ ਦੀ ਰਿਪੇਅਰ ਕਰਵਾਉਣੀ ਹੈ ਤਾਂ ਜੀ ਤੁਸੀਂ ਉਹਨਾਂ ਨਾਲ ਕਰੋ ਸੰਪਰਕ 604। ਇੱਕ ਕਾਲ ਉਹਨਾਂ ਨੂੰ ਜ਼ਰੂਰ ਕਰੋ। ਪੁਸ਼ਮਿੰਦਰ ਗੁਰਮੁਰਾਂ ਦਾ ਟੈਲੀਫੋਨ ਨੰਬਰ 604 5030988 ਹੈ। ਯੂਨਿਟ ਨੰਬਰ 16 78 132 ਸਟਰੀਟ ਦੇ ਉੱਤੇ ਪਧਾਰ ਸਕਦੇ ਹੋ। ਬਲੈਕ ਐਂਡ ਵਾਈਟ ਆਟੋ ਬਾਡੀ ਵਾਲੇ ਸਾਡੇ ਪ੍ਰੋਗਰਾਮ ਦੇ ਹਾਂਜੀ ਸਪਾਂਸਰ। ਔਰ ਮੀਡੀਆ ਵੇਜ਼ ਦੇ ਪਲੇਟਫਾਰਮ ਤੋਂ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜਿਸ ਨੁਕਤਾ ਨਜ਼ਰ ਦੇ ਉੱਤੇ ਗੱਲ ਚੱਲ ਰਹੀ ਹੈ, ਖਾਸ ਤੌਰ ਦੇ ਉੱਤੇ 18 ਸਾਲਾਂ ਤੋਂ ਛੋਟੀ ਉਮਰ ਦੀ ਲੜਕੀ ਦਵਿੰਦਰਪਾਲ ਕੌਰ ਸਾਡੇ ਸ਼ਹਿਰ ਦੇ ਵਿੱਚ ਆਪਣੇ ਵਧੀਆ ਭਵਿੱਖ ਦੇ ਸੁਪਨੇ ਲੈ ਕੇ ਆਪਣੇ ਮਾਪਿਆਂ ਦੀ ਭੇਜੀ ਹੋਈ ਆਈ ਔਰ ਉਹ ਕਿਸ ਪ੍ਰਕਾਰ ਦੁਸ਼ਵਾਰੀਆਂ ਦੇ ਵਿੱਚੋਂ ਲੰਘ ਰਹੀ ਹੈ। ਔਰ ਇਸ ਵਕਤ ਸਾਡੇ ਨਾਲ ਦਵਿੰਦਰਪਾਲ ਕੌਰ ਸ਼ਾਮਲ ਨੇ। ਦਵਿੰਦਰਪਾਲ ਜੀ ਆਇਆਂ ਨੂੰ ਜੀ ਮੀਡੀਆ ਵੇਜ਼ ਤੋਂ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਟਾ ਜੀ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਕਿਹੋ ਜਿਹੇ ਹਾਲਾਤਾਂ ਦੇ ਵਿੱਚੋਂ ਹੈਲੋ। ਹਾਂਜੀ 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 ਬੇਟਾ, ਸਭ ਤੋਂ ਪਹਿਲਾਂ ਮੈਨੂੰ ਦੱਸੋ ਤੁਸੀਂ ਕੁਝ ਖਾਧਾ ਹੈ? ਨਹੀਂ, ਮੈਨੂੰ 3 ਦਿਨ ਹੋ ਗਏ, ਮਤਲਬ ਨਾ ਤਾਂ ਹੀ ਕਿਸੇ ਨੂੰ ਵੀ ਆਉਣ ਦਿੰਦੇ ਆ ਜਿਹੜੇ ਮਤਲਬ ਸਾਨੂੰ ਮਤਲਬ ਕੋਈ ਵੀ ਮੇਰੇ ਵੀਰੇ ਵਰਗੇ ਮਤਲਬ ਕੋਈ ਵੀ ਫੂਡ ਫੜਾਉਂਦੇ ਆ, ਨਾ ਇਹ ਮੈਨੂੰ ਘਰ ਦੇ ਵਿੱਚੋਂ ਜਾਣ ਦਿੰਦੇ ਆ, ਨਾ ਮੇਰੇ ਕੋਲ ਘਰ ਦੀ ਚਾਬੀ ਹੈਗੀ ਆ। ਇਹਨਾਂ ਨੇ ਕਿਹਾ ਜੇ ਮਤਲਬ ਤੁਸੀਂ ਘਰ ਤੋਂ ਬਾਹਰ ਜਾਓਗੇ ਤਾਂ ਮਤਲਬ ਤੁਹਾਨੂੰ ਅੰਦਰ ਨਹੀਂ ਆਉਣ ਦਿੱਤਾ ਜਾਊਗਾ। ਸੋ ਤੁਸੀਂ ਆਪਣੇ ਘਰ ਦੇ ਵਿੱਚ ਨਜ਼ਰਮੰਦ ਹੋ ਬਟ ਬੇਟਾ ਤੁਸੀਂ 3 ਦਿਨਾਂ ਤੋਂ ਕੁਝ ਨਹੀਂ ਖਾਧਾ? किसने क्या ये कहा? ਮਤਲਬ ਕੱਲ ਮੇਰੇ ਵੀਰੇ ਨੇ ਬਾਹਰੋਂ ਇੱਕ ਬਰਗਰ ਆਰਡਰ ਕਰਤਾ ਸੀ, ਮਤਲਬ ਸਿਰਫ ਉਹ ਹੀ ਖਾਧਾ। ਤੁਹਾਨੂੰ ਇਹ ਕਿਸ ਨੇ ਕਿਹਾ ਵੀ ਤੁਸੀਂ ਘਰ ਦੇ ਵਿੱਚੋਂ ਜਾ ਨਹੀਂ ਸਕਦੇ ਜਾਂ ਫਿਰ ਚਲੇ ਗਏ ਤਾਂ ਫਿਰ ਆ ਨਹੀਂ ਸਕਦੇ? ਉਹਨੇ ਵੀ ਖੁਦ ਪੁਲਿਸ ਦੇ ਸਾਹਮਣੇ ਕਿਹਾ ਗਾ ਜੇ ਕਿ ਤੁਸੀਂ ਕੁੜੀ ਨੂੰ ਇੱਥੇ ਘਰ 'ਚ ਰੱਖਣਾ ਚਾਹੁੰਦੇ ਹੋ ਪਹਿਲਾਂ ਪੁਲਿਸ 'ਤੇ ਸਾਈਨ ਕਰਕੇ ਜਾਓ, ਮੈਨੂੰ ਕੁਝ ਨਹੀਂ ਹੋ ਸਕਦਾ ਤੇ ਅਸੀਂ ਘਰ ਤੋਂ ਬਾਹਰ ਕੇ ਤੈਨੂੰ ਅੰਦਰ ਨਹੀਂ ਆਉਣ ਦਿੱਤਾ ਜਾਊਗਾ। ਬੇਟਾ ਸਾਨੂੰ ਪਤਾ ਲੱਗਿਆ ਕਿ ਤੁਹਾਡੇ ਐਗਜ਼ਾਮ ਨੇ, ਤੁਹਾਡੀਆਂ ਕਲਾਸਾਂ ਜਿਹੜੀਆਂ ਨੇ ਮਿਸ ਹੋ ਰਹੀਆਂ ਨੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਹੁਣ ਵੀ ਸੁਬਾਹ ਦੀ ਮਤਲਬ ਕਲਾਸ ਜ਼ਿਆਦਾ ਦੇਖ ਰਹੀ ਸੀ, ਪੇਪਰ ਦੀ ਤਿਆਰੀ ਕਰ ਰਹੀ ਸੀ, ਬਸ ਮਤਲਬ ਮੋਬਾਈਲ ਤੋਂ ਪੜ੍ਹਨਾ ਮੈਨੂੰ ਬਹੁਤ ਜ਼ਿਆਦਾ ਡਿਫਿਕਲਟ ਹੋ ਰਿਹਾ
ਅਤੇ ਮਤਲਬ यहाँ पे नोट्स प्रिपेयर ਕੀਤੇ ਸੀ ਮੇਰੀ ਟੇਬਲ ਤੇ ਨੋਟਬੁੱਕ ਪਈਆਂ ਸੀ ਮਤਲਬ ਸਾਰੇ ਉਹ ਚੱਕ ਕੇ ਲੈ ਗਏ ਤੇ ਮਤਲਬ ਮੇਰੇ ਨੋਟਸ ਮੇਰੇ ਵਿੱਚ ਸੀ ਤੇ ਉਹਨਾਂ ਨੇ ਨਾ ਮੇਰੇ ਕੋਲ ਹੁਣ ਕੋਈ ਨੋਟਬੁੱਕ ਪੈਨ ਹੈਗਾ ਵੀ ਮੈਂ ਦੁਬਾਰਾ ਨੋਟਸ ਬਣਾ ਸਕਾਂ ਤੇ ਮਤਲਬ ਪਾਸੋਂ ਮੇਰੇ 3 ਪੇਪਰ ਆ ਸੰਡੇ ਨੂੰ ਮਤਲਬ ਬਹੁਤ ਜ਼ਿਆਦਾ ਡਿਫਿਕਲਟ ਹੋਇਆ ਪਿਆ ਮਤਲਬ ਮੇਰੇ ਤੇ ਐਗਜ਼ਾਮਸ ਹੈ ਮਤਲਬ ਟੀਚਰਸ ਵੀ ਮੈਨੂੰ ਨਹੀਂ ਪਤਾ ਮਤਲਬ ਐਗਜ਼ਾਮ ਦੇ ਵਿੱਚ ਕੀ ਹੋਊਗਾ ਮਤਲਬ ਨਾ ਮੈਨੂੰ ਕਲਾਸਿਸ ਇਹਨਾਂ ਨੂੰ ਲਾਉਣ ਦਿੱਤੀ ਮਤਲਬ ਮੇਰੀ ਪ੍ਰੈਜੈਂਟੇਸ਼ਨ ਮੇਰੀਆਂ ਕੁਇਜ਼ਨ ਸਭ ਕੁਝ ਰਹਿ ਗਿਆ ਤੁਸੀਂ ਤੁਹਾਡੀ ਲੈਂਡਲੌਰਡ ਦੇ ਨਾਲ ਕਦੋਂ ਗੱਲ ਹੋਈ ਹੈ ਜੀ? ਮੇਰੀ ਲੈਂਡਲੌਰਡ ਨਾਲ ਮਤਲਬ ਪਹਿਲਾਂ 15 ਦਿਨ ਵਧੀਆ ਰਹੇ ਮਤਲਬ ਇਹਨਾਂ ਨੇ ਕਿਹਾ ਸੀਗਾ ਵੀ ਮਤਲਬ 15 ਦਿਨਾਂ ਬਾਅਦ ਤੁਹਾਡਾ ਰੂਮ ਪ੍ਰਾਈਵੇਟ ਹੋ ਜਾਊਗਾ ਇਸ ਤੋਂ ਬਾਅਦ ਲੈਂਡਲੌਰਡ ਨੇ ਮਤਲਬ ਉਹ ਮੈਨੂੰ ਡਰਾਉਣਾ ਧਮਕਾਉਣਾ ਕਹਿ ਦਿੱਤਾ ਵੀ 15 ਦਿਨ ਤੁਸੀਂ ਹੋਰ ਰਹਿ ਸਕਦੇ ਹੋ ਇਸ ਤੋਂ ਬਾਅਦ ਤੁਹਾਨੂੰ ਜਾਣਾ ਪਊਗਾ ਮਤਲਬ ਮੇਰੇ ਕੋਲ ਸਬੂਤ ਵੀ ਹੈ ਨਾ ਜਿਹੜੀ ਪਹਿਲਾਂ ਕੁੜੀ ਰਹਿੰਦੀ ਸੀ ਉਹਦੇ ਸਾਹਮਣੇ ਪੈਸੇ ਵੀ ਦਿੱਤੇ ਗਏ ਇਹਨਾਂ ਨੂੰ ਤੇ ਇਹਨਾਂ ਦੇ ਸਾਹਮਣੇ ਪ੍ਰਾਈਵੇਟ ਰੂਮ ਦੀ ਵੀ ਗੱਲ ਕੀਤੀ ਗਈ ਤੇ ਇਹਨਾਂ ਨੇ ਮੈਨੂੰ ਨੋਟਿਸ ਵੀ ਦਿੱਤਾ ਹੈਗਾ ਗਾ ਉਹਦੇ ਵਿੱਚ ਵੀ ਇਹਨਾਂ ਨੇ 30 ਅਗਸਤ ਤੱਕ ਦਾ ਟਾਈਮ ਦਿੱਤਾ ਮੈਨੂੰ ਵੀ 30 ਅਗਸਤ ਤੱਕ ਤੁਸੀਂ ਰਹਿ ਸਕਦੇ ਹੋ ਅਤੇ ਇਹਨਾਂ ਨੇ 30 ਅਗਸਤ ਮਤਲਬ ਜੁਲਾਈ ਖਤਮ ਹੁੰਦੇ ਮਤਲਬ ਮੈਨੂੰ ਕਹਿਣਾ ਸਟਾਰਟ ਕਰਤਾ ਤੇ ਮਤਲਬ ਮੇਰਾ ਸਾਰਾ ਸਮਾਨ ਡਾਕੂਮੈਂਟਸ ਵਗੈਰਾ ਪਤਾ ਨਹੀਂ ਇਹਨਾਂ ਨੇ ਕਿੱਥੇ ਕਰਤੇ ਤੇ ਹੁਣ ਮੇਰੇ ਤੇ ਇਲਜ਼ਾਮ ਲਾ ਰਹੇ ਆ ਵੀ ਤੂੰ ਚੱਕਿਆ ਮਤਲਬ ਉਸ ਟਾਈਮ ਤੁਸੀਂ ਕੈਮਰਾ ਚੈੱਕ ਵੀ ਕਰਵਾ ਸਕਦੇ ਹੋ ਮੈਂ ਕੰਮ ਤੇ ਸੀ ਤੇ ਲਫ਼ਜ਼ ਕਹਿੰਦੇ ਸਾਨੂੰ ਜ਼ੁਬਾਨ ਦੇ ਉੱਤੇ ਲਫ਼ਜ਼ ਨਹੀਂ ਨਿਕਲਦੇ ਕਿ ਸਾਡੇ ਸ਼ਹਿਰ ਦੇ ਵਿੱਚ ਕਿਸੇ ਛੋਟੀ ਬੱਚੀ ਦੇ ਨਾਲ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਉਸ ਨੂੰ ਗੁਜ਼ਰਨਾ ਪਵੇ ਤੁਹਾਡਾ ਤਜਰਬਾ ਇਸ ਮੁਲਕ ਦੇ ਵਿੱਚ ਬੜਾ ਮਾੜਾ ਰਿਹਾ ਔਰ ਸਾਡੇ ਸ਼ਹਿਰ ਦੇ ਵਿੱਚ ਸਾਡੇ ਸਾਰਿਆਂ ਦੇ ਹੁੰਦੇ ਹੋਏ ਇਸ ਤਰ੍ਹਾਂ ਦਾ ਤੁਹਾਡੇ ਨਾਲ ਵਿਵਹਾਰ ਹੋਇਆ ਵੀ ਆਰ ਸੌਰੀ ਅਬਾਊਟ ਦੈਟ ਪਰ ਅਸੀਂ ਮੈਂ ਇਹ ਜਾਣਨਾ ਚਾਹੁੰਦੀ ਹਾਂ ਵੀ ਬੇਟਾ ਤੁਹਾਨੂੰ ਇਸ ਟਾਈਮ ਕੀ ਖਾਣਾ ਪਹੁੰਚਦਾ ਕੀਤਾ ਜਾ ਸਕਦਾ ਹੈ ਜਾਂ ਕਿ ਸਾਡੇ ਤੱਕ ਜਾਣਕਾਰੀ ਇਹ ਪਹੁੰਚੀ ਹੈ ਕਿ ਜਦੋਂ ਕੋਈ ਖਾਣਾ ਦੇਣ ਜਾਂਦਾ ਤਾਂ ਉਸ ਨੂੰ ਮਾਲਕ ਮਕਾਨ ਭਜਾ ਦਿੰਦੇ ਨੇ ਤੇ ਜਾਂ ਕਹਿ ਦਿੰਦੇ ਨੇ ਤੁਸੀਂ ਇੱਥੇ ਆ ਨਹੀਂ ਸਕਦੇ ਹਾਂਜੀ ਮਤਲਬ ਮੇਰੇ ਵੀਰਾ ਆਇਆ ਸੀ ਮੈਨੂੰ ਖਾਣਾ ਦੇਣ ਵੀ ਤੇ ਮੈਟਰਸ ਦੇਣ ਕਿਉਂਕਿ ਇਹਨਾਂ ਨੇ ਮੈਥੋਂ ਮੈਟਰਸ ਵੀ ਲੈ ਰਿਹਾ ਸੀ ਉਹਦੇ ਸਾਰਾ ਦਿਨ ਮੈਂ ਥੱਲੇ ਬੈਠੀ ਰਹੀ ਹਾਂ ਤੇ ਮਤਲਬ ਜਦੋਂ ਉਹ ਦੇਣ ਆਏ ਤੇ ਉਹਨਾਂ ਦੇ ਪਿੱਛੇ ਹਾਕੀ ਸਟਿਕ ਨਾਲੇ ਮੇਰੇ ਭਾਬੀ ਵੀ ਸੀ ਨਾਲ ਸਾਰਿਆਂ ਦੇ ਪਿੱਛੇ ਹਾਕੀ ਸਟਿਕ ਲੈ ਕੇ ਉਹਨਾਂ ਨੂੰ ਮਾਰਨ ਆਏ ਕੌਣ ਸੀ ਜਿਹੜਾ ਹਾਕੀ ਸਟਿਕ ਲੈ ਕੇ ਉਹਨਾਂ ਦੇ ਮਗਰ ਪਿਆ ਓਨਰ ਦੇ ਹਸਬੈਂਡ ਅੱਛਾ ਮਿਸਟਰ ਦੁੱਲੇ ਉਹਨਾਂ ਦੇ ਮਗਰ ਹਾਕੀ ਸਟਿਕ ਲੈ ਕੇ ਗਏ ਹਾਂਜੀ ਤੁਸੀਂ ਹੁਣ ਕੀ ਚਾਹੁੰਦੇ ਹੋ ਕਮਿਊਨਿਟੀ ਤੁਹਾਡੀ ਕੀ ਮਦਦ ਕਰੇ ਮੈਂ ਸਿਰਫ ਇੰਨਾ ਚਾਹੁੰਦੀ ਹਾਂ ਵੀ ਮਤਲਬ ਮੈਨੂੰ ਮੇਰੇ ਡਾਕੂਮੈਂਟਸ ਮੇਰੇ ਨੋਟਸ ਦਿੱਤੇ ਜਾਣ ਤੁਹਾਡੇ ਡਾਕੂਮੈਂਟਸ ਤੁਹਾਡੇ ਨੋਟਸ ਤੁਹਾਨੂੰ ਦਿੱਤੇ ਜਾਣ ਤੁਸੀਂ 3 ਮਹੀਨੇ ਦਾ ਕਿਰਾਇਆ ਦੇ ਚੁੱਕੇ ਹੋ ਹਾਂਜੀ ਮੈਂ ਚਲੀ ਜਾਊਂਗੀ ਬਸ ਮੈਨੂੰ ਮੇਰੇ ਸਮਾਨ ਦਿੱਤਾ ਜਾਵੇ ਤੁਹਾਡਾ ਸਮਾਨ ਤੁਹਾਡੇ ਡਾਕੂਮੈਂਟਸ ਅਸੀਂ ਸਮਝ ਸਕਦੇ ਹਾਂ ਕਿ ਇੱਕ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਇਆ ਹੋਇਆ ਵਿਦਿਆਰਥੀ ਔਰ ਉਹ ਵੀ ਅੰਡਰ ਏਜ ਉਹਦੇ ਲਈ ਕੀ ਇੰਪੋਰਟੈਂਟ ਹੈ ਇਸ ਟਾਈਮ ਤੇ ਬੱਚੀ ਮੰਗ ਰਹੀ ਹੈ ਡਾਕੂਮੈਂਟਸ ਉਹਦੇ ਤੇ ਉਹਦੇ ਨੋਟਸ ਕਿਤਾਬਾਂ ਤਾਂ ਕਿ ਉਹ ਪੜ੍ਹ ਸਕੇ ਹਾਂਜੀ ਥੈਂਕ ਯੂ ਦਵਿੰਦਰਪਾਲ ਅਸੀਂ ਆਪਣੇ ਪਾਸੇ ਤੋਂ ਪੂਰੀ ਜਿਹੜੀ ਗੁਜ਼ਾਰਿਸ਼ ਕਰਦੇ ਹਾਂ ਦੁੱਲੇ ਫੈਮਿਲੀ ਨੂੰ ਆਪਣੇ ਅੰਦਰ ਝਾਤੀ ਮਾਰ ਕੇ ਆਪਣੇ ਆਪ ਨੂੰ ਇਸ ਬੱਚੀ ਦੀ ਥਾਂ ਦੇ ਉੱਤੇ ਰੱਖ ਕੇ ਸੋਚਣ ਤੇ ਵਿਚਾਰਨ ਦਾ ਸਮਾਂ ਨਾ ਕਿ ਕਿਸੇ ਵੀ ਤਰ੍ਹਾਂ ਦੇ ਗੁੱਸੇ ਗਿਲੇ ਜਾਂ ਫਿਰ ਆਪਣੇ ਹੱਕ ਜਿਹੜੇ ਨੇ ਮਲਕੀਅਤ ਆ ਜਿਹੜੀ ਉਹ ਜਤਾਉਣ ਦਾ ਸਮਾਂ ਨਹੀਂ ਹੈ ਕੁਛ ਕੰਮ ਨੁਕਤਾ ਨਜ਼ਰ ਤੋਂ ਸਹੀ ਹੋਣੇ ਜ਼ਰੂਰੀ ਨੇ ਵਰਨਾ ਪਛਤਾਵੇ ਸਾਰੀ ਉਮਰਾਂ ਭਰਦੇ ਹੁੰਦੇ ਆ ਬੀਬਾ ਜਾਣ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਦਵਿੰਦਰ ਬਸ ਮੈਨੂੰ ਜਲਦ ਤੋਂ ਜਲਦ ਮੇਰੇ ਡਾਕੂਮੈਂਟਸ ਦਿੱਤੇ ਜਾਣ ਮੈਂ ਘਰ ਛੱਡ ਕੇ ਚਲੀ ਜਾਊਂਗੀ ਤੇ ਮਤਲਬ ਮੈਨੂੰ ਖਾਣਾ ਵੀ ਨਹੀਂ ਕੋਈ ਮਤਲਬ ਜੋ ਵੀ ਖਾਣਾ ਦੇਣ ਆਉਂਦਾ ਗਾ ਮਤਲਬ ਹੁਣ ਮੈਂ ਕੱਲ ਸਿਰਫ ਇੱਕ ਬਰਗਰ ਖਾਧਾ ਸੀ ਇਸ ਤੋਂ ਇਲਾਵਾ ਮੈਨੂੰ ਕੁਝ ਨਹੀਂ ਦਿੱਤਾ ਗਿਆ ਮਤਲਬ ਇੱਕ ਜੋ ਵੀ ਮਤਲਬ ਕੋਈ ਆਉਂਦਾ ਮਤਲਬ ਉਹਦੀ ਕੰਪਲੇਂਟ ਕਰ ਦਿੰਦੇ ਉਹਦੇ ਤੇ आपको क्या ऐसा फील हो रहा है देवेंद्र कि आपको एक बंदी बना के इस मकान में रखा गया है?
ਹਾਂਜੀ ਮਤਲਬ ਮੈਨੂੰ 4 ਦਿਨ ਹੋ ਗਏ ਮਤਲਬ ਮੈਂ ਸਿਰਫ ਘਰੇ ਬੈਠੀ ਹਾਂ ਮਤਲਬ ਨਾ ਮੈਂ ਕਿਤੇ ਵੀ ਨਹੀਂ ਜਾ ਸਕਦੀ। ਇਹਨਾਂ ਨੇ ਖੁਦ ਕਿਹਾ ਵੀ ਅਗਰ ਇਹ ਚਲੀ ਗਈ ਮੁੜ ਕੇ ਘਰ ਦੇ ਐਂਟਰ ਨਹੀਂ ਹੋਣ ਦਿੱਤਾ ਜਾਊਗਾ ਇਹਨੂੰ। ਤੁਹਾਡੇ ਕੋਲ ਮਕਾਨ ਦਾ ਚਾਬੀ ਨਹੀਂ ਹੈਗੇ? ਨਹੀਂ ਹੈਗੀ, ਇਹਨਾਂ ਨੇ ਦਿੱਤੇ ਨਹੀਂ। ਇਹਨਾਂ ਨੇ ਲੌਕ ਚੇਂਜ ਕਰ ਲਿਆ ਤੇ ਜਿੱਦੇ ਮੈਂ ਲੌਕ ਖੋਲਣ ਦੀ ਟਰਾਈ ਕੀਤੀ ਮਤਲਬ 20 ਮਿੰਟ ਮੈਂ ਲੌਕ ਖੋਲੀ ਕਿ ਬੈਲ ਮਾਰਿਆ, ਕਿਸੇ ਨੇ ਨਹੀਂ ਸੁਣਿਆ ਤੇ ਉੱਥੇ ਮੈਂ 3 ਘੰਟੇ ਸੜਕ ਤੇ ਬੈਠੀ ਰਹੀ ਹਾਂ। ਫਿਰ ਮੈਂ ਪੁਲਿਸ ਨੂੰ ਫੋਨ ਕੀਤਾ। ਪੁਲਿਸ ਨੇ ਚਾਬੀ ਮੰਗ ਕੇ ਦਿੱਤਾ ਨਹੀਂ ਤੁਹਾਨੂੰ? ਨਹੀਂ ਉਹਨਾਂ ਨੇ ਕੁਝ ਨਹੀਂ ਕੀਤਾ ਤੇ ਮਤਲਬ ਉਹਨਾਂ ਨੇ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਇਹਨਾਂ ਦੀ ਮਰਜ਼ੀ ਨਾਲ ਚਾਬੀ ਲੈ ਸਕਦੇ ਹੋ ਤੇ ਇਸ ਤੋਂ ਬਾਅਦ ਸੁਪਰੀਮ ਕੋਰਟ 'ਚ ਉਹ ਕੀਤਾ। ਫਿਰ ਜਦੋਂ ਉੱਥੇ ਉਹ ਐਕਸੈਪਟ ਹੋ ਜਾਊਗਾ ਫਿਰ ਉਹ ਕਹਿੰਦੇ ਵੀ ਚਾਬੀ ਮਿਲ ਜੂ ਤੁਹਾਨੂੰ। ਇਟ ਇਜ਼ ਵੈਰੀ ਸੈਡ। ਦਵਿੰਦਰ ਥੈਂਕ ਯੂ ਸਾਡੇ ਨਾਲ ਜਿਹੜਾ ਆਪਣਾ ਸਾਂਝਾ ਕਰਨ ਦੀ ਸਾਂਝਾ ਤੁਸੀਂ ਆਪਣੇ ਹਾਲਾਤ ਨੇ ਸਾਡੇ ਨਾਲ ਕੀਤੇ ਨੇ ਔਰ ਡੈਫੀਨੇਟਲੀ ਅਸੀਂ ਉਮੀਦ ਕਰਦੇ ਹਾਂ ਕਿ ਜਸ ਧਾਲੀਵਾਲ ਜ਼ਰੂਰ ਇਸ ਦਾ ਕੋਈ ਰਾਹ ਕੱਢਣਗੇ ਪਰ ਕਮਿਊਨਿਟੀ ਦੇ ਤੌਰ ਦੇ ਉੱਤੇ ਸਾਨੂੰ ਵੀ ਸੁਚੇਤ ਹੋ ਕੇ ਇਸ ਬੱਚੀ ਦੀ ਹਰ ਹਾਲਤ ਦੇ ਵਿੱਚ ਸਾਰਿਆਂ ਨੂੰ ਮਦਦ ਕਰਨ ਦੀ ਜ਼ਰੂਰਤ ਹੈ। ਇਹਦੇ ਵਿੱਚ ਬਿਲਕੁਲ ਕੋਈ ਸ਼ੱਕ ਨਹੀਂ ਹੈ ਆਸ਼ਾਨਾ ਜੀ। ਔਰ ਥੈਂਕ ਯੂ ਬੀਬਾ ਜੀ ਪ੍ਰੋਗਰਾਮ ਦੇ ਵਿੱਚ ਆਪਣਾ ਹਾਲ ਸਾਡੇ ਨਾਲ ਸਾਂਝਾ ਕਰਨ ਲਈ। ਥੈਂਕ ਯੂ ਦਵਿੰਦਰ। ਹਾਂਜੀ इट्स वेरी सैड। और दीदी ऐसे नहीं लग रहा है कि किसी को बगैर उनकी ख्वाहिश से इस घर में रखा गया है और इस घर में उन्हें कोई नेसेसिटीज़ नहीं दी जा रही है और किसी को भी इस तरह से आई शुड से कि ऐसी ज़िंदगी नहीं देना चाहिए। आई मीन शी इज़ पेइंग द रेंट, उसका पूरा हक है उस घर में अपने तरीके से उस घर को अपना घर समझकर रहने का। एंड इट्स वेरी अनफॉर्चुनेट कि कोई अपने फैमिली और पंजाबी फैमिली के घर होवे और वहाँ पर एक 18 साल से कम उम्र की बच्ची के साथ ये हरकत होवे। इट्स वेरी शेम। याद रखो हम तो वो कौम है कि हम अपने गुरु घर आने वाले हर किसी को खिला पिला कर भेजते हैं। गुरु घर में 24 घंटे लंगर होती है। एटलीस्ट यही सोच लो कि हमारे गुरु ने हमें क्या सिखाया है कि किसी को बगैर खाने पीना नहीं भेजना चाहिए गुरुद्वारा साहब से। तो फिर आपके घर में एक कम उम्र की 18 साल से कम उम्र की लड़की जो दूसरे मुल्क आपके अपने मुल्क से यहाँ पर आई हुई है वो कह रही है कि उसको खाना नहीं दिया जा रहा। अगर कोई खाना देने के लिए आते हैं तो उन्हें हॉकी स्टिक से चेज़ किया जाता है, बेसबॉल बैट से चेज़ किया जाता है। इट्स वेरी वेरी सैड। ऐसा नहीं होना चाहिए। पहली बात तो दीदी मुझे बहुत अफसोस है कि सरी में इस तरह के रेंटल यूनिट्स रेंट किया जाता है। एक घर में 20 लोगों का रहना, दिस इज एब्सोल्युटली नॉट लीगल, एब्सोल्युटली नॉट लीगल। और इस तरह के इलीगल काम करने वालों को तो वैसे ही सजा मिलनी चाहिए। यहाँ पर हम लोग अपने बेसमेंट नहीं रेंट करते इसलिए कि हम कहते हैं कि ये स्ट्रीट बहुत क्राउडेड हो जाता है। द रीज़न मैं अपने घर के बेसमेंट आज तक कभी नहीं रेंट की, मैं कहती हूँ वैसे हमारे पास 4 गाड़ियाँ हैं, अगर रेंट करेंगे 5th गाड़ी हम कहाँ खड़ी करेंगे, कहाँ से उनको जगह देंगे, हाउ आर वी गोना एकोमोडेट दैम। और यहाँ 20 लोगों का रेंटल, इट्स जस्ट नॉट राइट। सिटी के बायलॉ ऑफिसर्स क्या कर रहे हैं? वाई आर देयर सो मेनी पीपल लिविंग इन दिस हाउस? इस शहर में बहुत सारे तब्दीलियां होनी चाहिए और एक तब्दीली ये भी होना चाहिए, हर एक बेसमेंट स्वीट पे देखना चाहिए घरों का कि कौन रह रहा है, कितने लोग रह रहे हैं और क्यों रह रहे हैं और इसका इनकम कितना है। रेवेन्यू कनाडा को क्या ये इनकम शो किया जाता है या नहीं किया जाता है? ये अलग बात है कि हम लोग कभी रास्ता चलने वालों को भी बुलाकर अपने घर पे चाय पानी पूछते हैं, खाना पूछते हैं। मुझे आज भी याद है, इट्स बिन
ओवर 40 ईयर्स, लेकिन मेरे अब्बू जब भी किसी को बाहर देखते थे और अपने लोग होते थे तो उनको ज़रूर बुलाकर कहते थे कि इनके लिए चाय बनाओ, कॉफ़ी बनाओ, इनको खिलाओ पिलाओ और फिर इनको भेजो। शर्म आती है कि एक पंजाबी फैमिली जिनके रिलीजन भी ये बात सिखाती है, मैं हमेशा ये बात कहती हूँ, एक ही रिलीजन जिसको मैं जानती हूँ जहां पर 24 घंटे लंगर दिया जाता है। आज यहाँ पे न्यू इमिग्रेंट्स आते हैं तो उनको मान है कि अगर कहीं खाने पीने का सामान नहीं मिलेगा, हमारे गुरु घर वाले हमें जरूर खाना पीना देंगे। लेकिन आज किसी के घर में एक लड़की जो 18 साल से कम है, उन्हें खाना नहीं दिया जा रहा है, उन तक खाना पहुंचाया नहीं दिया जा रहा है। अफसोस की बात है, बहुत अफसोस की बात है। ਅੱਛਾ ਨਾ ਯਾਦ ਰਹੇ ਸਾਡਾ ਉਹੀ ਮਾਸ਼ਰਾ ਜਿਹਦੇ ਵਿੱਚ ਇਹ ਬਜ਼ੁਰਗ ਪੁਰਾਣੇ ਸਮਝਾਉਂਦੇ ਆ, ਜਿਹਨੂੰ ਨਹੀਂ ਸਮਝ ਆਉਂਦੀ ਮਿਹਰਬਾਨੀ ਕਰਕੇ ਸੁਣ ਲਓ। ਉਹ ਵੀ ਤੁਰ ਗਿਆ ਜਿਹਦੇ ਦਮ ਨਾਲ ਦਮ ਸੀ। ਭੁੱਖੇ ਦੀਆਂ ਆਂਦਰਾਂ ਔਰ ਬੇਵਸ ਦੀ ਆਹ ਹੈ ਜਿਹੜੀ ਨਾ 4 ਪੁਸਤਾਂ ਤੱਕ ਤਹਿਸ਼ ਨਹਿਸ਼ ਕਰ ਦਿੰਦੀ ਹੈ। ਅਜੇ ਅਸੀਂ ਇੰਨੇ ਵੱਡੇ ਨਹੀਂ ਹੋਏ ਕਿ ਆਪਣੇ ਆਪ ਨੂੰ ਜਾਬਰ ਸਾਬਤ ਕਰਨਾ ਸ਼ੁਰੂ ਕਰ ਦਈਏ। ਅਸੀਂ ਇੰਨੇ ਵੱਡੇ ਨਹੀਂ ਹੋਏ ਅਜੇ। ਔਰ ਖਾਸ ਤੌਰ ਦੇ ਉੱਤੇ ਜਿੱਥੇ ਬੱਚਿਆਂ ਦੀ ਗੱਲ ਆਉਂਦੀ ਆਸ਼ਾ ਨਾ, ਇਹ ਚੀਜ਼ ਮੇਰੇ ਆਪਣਾ ਮਾਸ਼ਰਾ, ਆਪਣਾ ਭਾਈਚਾਰਾ ਹੈ, ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਗੱਲ ਬਹੁਤ ਜ਼ਿਆਦਾ ਵਿਚਾਰੀ ਜਾ ਰਹੀ ਹੈ ਲੋਕਾਂ ਵੱਲੋਂ ਕਿ ਇੰਨੇ ਛੋਟੇ ਬੱਚੇ ਆ, 16 17 ਸਾਲਾਂ ਦੀਆਂ ਜਿਹੜੀਆਂ ਬੱਚੀਆਂ ਨੇ ਜਾਂ ਬੱਚੇ ਨੇ, ਲੜਕੇ ਲੜਕੀਆਂ ਨੇ, ਉਹਨਾਂ ਨੂੰ ਐਡੀ ਦੂਰ ਮਾਪਿਆਂ ਤੋਂ ਦੂਰ, ਘਰ-ਬਾਰ ਤੋਂ ਦੂਰ ਸਿੱਖਿਆ ਪ੍ਰਾਪਤੀ ਦੇ ਲਈ ਆਉਂਦੇ ਆ ਬੱਚੇ। ਉਹਨਾਂ ਲਈ ਪੜ੍ਹਾਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ। ਔਰ ਦਵਿੰਦਰ ਪੌਲ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਮੇਰੇ ਡਾਕੂਮੈਂਟਸ ਤੇ ਮੇਰੇ ਨੋਟਸ ਤੇ ਮੇਰੀਆਂ ਕਿਤਾਬਾਂ ਦੇ ਦਿਓ। ਉਸ ਬੱਚੀ ਨੇ ਨਹੀਂ ਕਿਹਾ ਮੇਰੇ ਕੱਪੜੇ ਦੇ ਦਿਓ, ਮੇਰਾ ਹੋਰ ਸਮਾਨ ਦੇ ਦਿਓ, ਮੇਰੇ ਗਹਿਣੇ ਦੇ ਦਿਓ, ਪੈਸੇ ਦੇ ਦਿਓ, ਮੇਰੇ ਪੈਸੇ ਦੇ ਦਿਓ। ਉਹ ਕਹਿ ਰਹੀ ਹੈ ਮੇਰੇ ਡਾਕੂਮੈਂਟਸ ਤੇ ਨਾਲ ਜਿਹੜੇ ਮੇਰੇ ਨੋਟਸ ਨੇ ਉਹ ਦੇ ਦਿਓ। ਇੱਥੋਂ ਪਤਾ ਲੱਗਦਾ ਅਸੀਂ ਵੀ ਕੋਈ, ਮੈਂ ਵੀ ਸਾਰਾ ਸਿਰ ਚਿੱਟਾ ਰੰਗ ਕਰਕੇ ਨਹੀਂ ਕੀਤਾ ਹੋਇਆ। ਉਹ ਜਿਹੜਾ ਬੱਚਾ ਇਸ ਟਾਈਮ ਜਿਹਦੇ ਲਈ ਪੜ੍ਹਾਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਆ ਔਰ ਇੱਥੇ ਦੇ ਲੀਗਲ ਡਾਕੂਮੈਂਟ ਸਭ ਤੋਂ ਜ਼ਿਆਦਾ ਮਹੱਤਵਪੂਰਨ ਨੇ, ਹਰ ਹਾਲਤ ਦੇ ਵਿੱਚ ਉਹਦੇ ਪਾਸ ਉਹ ਚੀਜ਼ਾਂ ਪਹੁੰਚਣੀਆਂ ਚਾਹੀਦੀਆਂ ਨੇ। ਅਗਰ ਨਹੀਂ ਪਹੁੰਚਦੀਆਂ ਤਾਂ ਕਾਨੂੰਨੀ ਕਾਰਵਾਈ ਤਾਂ ਹੁੰਦੀ ਆਸ਼ਾ ਨਾ, ਜਿਹਨੇ ਵੀ ਇਹ ਸ਼ਰਾਰਤ ਕੀਤੀ ਆ, ਕਿਉਂਕਿ ਘਰ ਦੇ ਵਿੱਚ 20 ਬੰਦੇ ਰਹਿੰਦੇ ਆ। ਜੇ ਮਾਲਕ ਮਕਾਨ ਨੇ ਕੰਮ ਨਹੀਂ ਕੀਤਾ ਤਾਂ ਕਿਸੇ ਹੋਰ ਨੇ ਕੀਤਾ ਹੋਣਾ। ਬ੍ਰੇਕ ਐਂਡ ਐਂਟਰ ਕੀ ਜੇ ਚੋਰੀ ਹੋਈ ਆ, ਘਰ ਵਾਲਿਆਂ ਨੇ ਰਿਪੋਰਟ ਕੀਤੀ ਆ, ਕਿਸੇ ਨੇ ਕੋਈ ਹਜੇ ਤੱਕ ਸਾਡੇ ਪਾਸ ਇਹ ਜਾਣਕਾਰੀ ਨਹੀਂ ਆ। ਇਹਦਾ ਮਤਲਬ ਜਾਣ ਬੁੱਝ ਕੇ ਇਹ ਸਾਰਾ ਕੁਝ ਕੀਤਾ ਗਿਆ ਔਰ ਇਸ ਗਲਤੀ ਨੂੰ ਸੁਧਾਰਿਆ ਜਾਵੇ। ਔਰ ਮਿਸਟਰ ਤੇ ਮਿਸਿਸ ਦੁੱਲੇ ਨੂੰ ਇਸ ਬਾਰੇ ਮੂਹਰੇ ਜਿਹੜੀ ਭੂਮਿਕਾ ਆਸ਼ਾ ਨਾ ਉਹ ਨਿਭਾਉਣ ਦੀ ਜ਼ਰੂਰਤ ਹੈ। ਪਤਾ ਕੀਤਾ ਜਾਵੇ, ਅਗਰ ਤੁਸੀਂ ਆਪਣੇ ਘਰ ਦੇ ਪ੍ਰੈਮਿਸਿਸ ਦੇ ਵਿੱਚ 20 ਲੋਕਾਂ ਨੂੰ ਰੱਖਦੇ ਹੋ ਕਿਰਾਏਦਾਰਾਂ ਦੇ ਤੌਰ ਤੇ ਜਾਂ ਭਾਈਚਾਰੇ ਦੇ ਤੌਰ ਦੇ ਉੱਤੇ, ਤਾਂ ਤੁਹਾਡਾ ਇਹ ਫਰਜ਼ ਬਣ ਜਾਂਦਾ ਹਰ ਇੱਕ ਦੇ ਵੱਲੋਂ ਕੀਤੀ ਹੋਈ ਕਾਰਗੁਜ਼ਾਰੀ ਦੇ ਲਈ ਤੁਸੀਂ ਜ਼ਿੰਮੇਵਾਰ ਹੋ। ਤੁਸੀਂ ਜ਼ਿੰਮੇਵਾਰ ਹੋ। ਇੱਕ ਅਪਾਰਟਮੈਂਟ ਦੇ ਵਿੱਚ ਆਸ਼ਾ ਨਾ ਸਾਡੇ 1 ਬੈਡਰੂਮ ਅਪਾਰਟ 3 ਬੰਦੇ ਰਹਿ ਸਕਦੇ ਆ, 2 ਬੈਡਰੂਮ ਦੇ ਵਿੱਚ 4 ਬੰਦੇ ਰਹਿ ਸਕਦੇ ਆ। ਅਗਰ 5ਵਾਂ ਬੰਦਾ ਆਵੇ ਤਾਂ ਐਵਿਕਸ਼ਨ ਨੋਟਿਸ ਹੁੰਦਾ ਹੈ। ਇੱਕ ਘਰ ਦੇ ਵਿੱਚ 20 ਬੰਦੇ ਔਰ ਜਿਨ੍ਹਾਂ ਦਾ ਇੱਕ ਫੈਮਿਲੀ ਦੇ ਬੰਦੇ ਨਹੀਂ ਹਨ। ਇਟਸ ਸਰਪ੍ਰਾਈਜ਼ਿੰਗ। ਇਹ ਤਾਂ ਥਰਡ ਵਰਲਡ ਕੰਟਰੀਜ਼ ਦੇ ਨਾਲੋਂ, ਬੰਬੇ ਦੀਆਂ ਜਿਹੜੀਆਂ ਚਾਰਲਸ ਹੁੰਦੀਆਂ ਨੇ ਉਹਨਾਂ ਨਾਲੋਂ ਵੀ ਗਾਂਹ ਕੰਮ ਹੋਇਆ ਔਰ ਸਿਟੀ ਨੂੰ ਇਸ ਬਾਰੇ ਚੰਗੀ ਤਰ੍ਹਾਂ ਚੌਖੇ ਤਰੀਕੇ ਦੇ ਨਾਲ ਨਿਗਾਹਖੋਰੀ ਕਰਨੀ ਚਾਹੀਦੀ ਹੈ। ਔਰ ਇਹ ਤੋਂ ਪੈਦਾ ਹੋਣ ਵਾਲੀ ਜਿਹੜੀ ਆਮਦਨ ਹੈ, ਕਿ 20 ਬੰਦਿਆਂ ਤੋਂ ਪੈਦਾ ਹੋਣ ਵਾਲੀ ਆਮਦਨ ਚਾਹੇ ਕੈਸ਼ ਵਸੂਲੀ ਕੀਤੀ ਗਈ, ਚਾਹੇ ਵੈਸੇ ਦੂਸਰੇ ਤਰੀਕੇ ਨਾਲ, ਕੀ ਉਹ ਰੈਵਨਿਊ ਕੈਨੇਡਾ ਨੂੰ ਆਮਦਨ ਦੇ ਤੌਰ ਦੇ ਉੱਤੇ ਪੇਸ਼ ਕੀਤੀ ਜਾਂਦੀ ਹੈ, ਉੱਤੇ ਟੈਕਸ ਪੂਰੇ ਪੇ ਕੀਤੇ ਜਾਂਦੇ ਆ ਜਾਂ ਨਹੀਂ? ਸਿਰਫ ਪ੍ਰਾਪਰਟੀ ਟੈਕਸ ਕਾਫੀ ਨਹੀਂ ਹੁੰਦਾ। ਜਿਹੜੀ ਤੁਸੀਂ ਲੋਕਾਂ ਤੋਂ 20 ਲੋਕਾਂ ਤੋਂ ਕਿਰਾਇਆ ਲੈਂਦੇ ਹੋ ਉਹ ਤੁਹਾਡੀ ਆਮਦਨ ਹੈ। ਉਗਰਾਹੀ ਗਈ ਆਮਦਨ ਕੀ ਤੁਸੀਂ ਰੈਵਨਿਊ ਕੈਨੇਡਾ ਨੂੰ ਸੂਚਿਤ ਕਰਦੇ ਹੋ ਔਰ ਉਹਦੇ ਉੱਤੇ ਬਣਦਾ ਟੈਕਸ ਦਿੰਦੇ ਹੋ? ਸਵਾਲ ਇੱਕ ਨਹੀਂ, ਫਿਰ ਤਾਂ ਭੱਜਦਿਆਂ ਨੂੰ ਬਾਹਰ ਸਾਰਿਆਂ ਨੂੰ ਬਰਾਬਰ ਹੋ ਜਾਂਦੇ ਨੇ। ਪਰ ਇਹ ਕਾਰਗੁਜ਼ਾਰੀਆਂ ਗਲਤ ਨੇ। ਕੋਈ 18 ਸਾਲਾਂ ਤੋਂ ਛੋਟੀ ਉਮਰ ਦੀ ਬੱਚੀ ਨੂੰ ਖਾਣ ਤੱਕ ਦੀ ਪਾਣੀ ਪੀ ਕੇ ਬੱਚਾ ਗੁਜ਼ਾਰਾ ਕਰੇ। ਤੁਸੀਂ ਆਪਣੇ ਆਪ ਨੂੰ ਸੋਚੋ, ਆਪਣੇ ਆਪ ਨੂੰ ਉਸ ਥਾਂ ਦੇ ਉੱਤੇ ਰੱਖ ਕੇ ਜਰਾ ਤਵੱਜੋ ਦਿਓ। ਸਵਾਲਾਂ ਦੇ ਜਵਾਬ ਖੁਦ ਮਿਲਦੇ ਆ। ਬਿਲਕੁਲ। ਵਿਲ ਬੀ ਰਾਈਟ ਬੈਕ ਆਫਟਰ ਕੁਇਕ ਕਮਰਸ਼ੀਅਲ ਬ੍ਰੇਕ। ਹਾਊਸ ਵਾਰਮਿੰਗ ਪਾਰਟੀ ਤੇ ਸਾਰਿਆਂ ਦੇ ਨਿਗਾਹ ਘਰ ਦੇ ਬਲਾਈਂਡਸ ਵਾਲੀ ਸੀ।
ਇਹਨਾਂ ਨੂੰ ਕੀ ਪਤਾ ਇਹ ਘਰ ਦੀ ਸਜਾਵਟ ਗ੍ਰੇਟ ਬਲਾਈਂਡਸ ਦਾ ਕਮਾਲ ਹੈ। ਗ੍ਰੇਟ ਬਲਾਈਂਡਸ ਦੇ ਮਾਡਰਨ ਡਿਜ਼ਾਈਨ ਦੀ ਬਹੁਤ ਜ਼ਿਆਦਾ ਵੱਡੀ ਸਿਲੈਕਸ਼ਨ ਦੇਖਣ ਤੇ ਖਰੀਦਣ ਦੇ ਲਈ ਇਕਲੌਤੇ ਸ਼ੋਰੂਮ ਦਾ ਪਤਾ ਹੈ ਯੂਰ ਨੰਬਰ 14 13478 78th Avenue 6045037007 ਤੇ ਕਰੋ ਕਾਲ। ਗ੍ਰੇਟ ਬਲਾਈਂਡਸ ਦੇ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ ਅਵਰਨ ਵਾਸ਼ਿੰਗਟਨ 2533217007 ਜਾਂ greatblindscanada.com ਤੇ ਕਰੋ ਵਿਜ਼ਿਟ। ਘਰ ਜਿੱਥੇ ਮਰਜ਼ੀ ਲੋ ਪਰਦਾ ਗ੍ਰੇਟ ਬਲਾਈਂਡਸ ਤੋਂ ਹੀ ਲਵਾਓ। ਭਰੋਸੇਯੋਗ ਸੇਵਾਵਾਂ ਲਈ ਆਪਣੀ ਕਮਿਊਨਿਟੀ ਦੀ ਆਪਣੀ ਫਾਰਮੇਸੀ ਫੈਮਿਲੀ ਕੇਅਰ ਫਾਰਮੇਸੀ। ਇੱਥੋਂ ਤੁਸੀਂ ਦਵਾਈਆਂ, ਵਿਟਾਮਿਨ, ਸਪਲੀਮੈਂਟ, ਹਰਬਲ ਮੈਡੀਸਨ, ਵਾਕਰ, ਵੀਲਚੇਅਰ, ਬ੍ਰੈਸਟ ਪੰਪ ਦੇ ਨਾਲ ਮੈਕਸਿਮਮ ਕਵਰੇਜ ਹੀ ਨਹੀਂ ਬਲਕਿ ਫ੍ਰੀ ਡਿਲੀਵਰੀ ਤੇ ਬਲਿਸਟਰ ਪੈਕ ਵੀ ਦਿੰਦੇ ਨੇ। ਤੁਹਾਡੇ ਪਰਿਵਾਰ ਦੀਆਂ ਸਾਰੀਆਂ ਦਵਾਈਆਂ ਨਾਲ ਸੰਬੰਧਿਤ ਜ਼ਰੂਰਤਾਂ ਪੂਰੀਆਂ ਕਰਦੇ ਨੇ। ਸਵੇਰੇ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਆਪਣੀਆਂ ਤਿੰਨੋਂ ਲੋਕੇਸ਼ਨ ਤੇ 8925 ਸਕਾਟ ਰੋਡ ਡੈਲਟਾ 6045990211 128th Street and 96th Avenue 6045811900 1539 Johnson Road White Rock ਫੈਮਿਲੀ ਕੇਅਰ ਫਾਰਮੇਸੀ। ਸ਼ੁਕਰ ਹੈ ਡਾਇਰੈਕਟ ਫਰਨੀਚਰ ਨਵੀਂ ਥਾਂ ਤੇ ਖੁੱਲ ਗਿਆ। ਹੁਣ ਤਾਂ ਪੂਰੇ ਘਰ ਦਾ ਫਰਨੀਚਰ ਮੈਂ ਡਾਇਰੈਕਟ ਫਰਨੀਚਰ ਤੋਂ ਲੈ ਕੇ ਆਉਣੀ ਆ। ਲੈ ਗੋਲੀ ਕਿਹਦੀ ਤੇ ਗਹਿਣੇ ਕਿਹਦੇ, ਤੁਸੀਂ ਵੀ ਹੋ ਜਾਓ ਚਿੰਤਾ ਮੁਕਤ ਕਿਉਂਕਿ ਤੁਹਾਡਾ ਮਨਪਸੰਦ ਡਾਇਰੈਕਟ ਫਰਨੀਚਰ ਹੁਣ ਸਰੀ ਦੇ ਗੜ 12743 80th Avenue ਨਵੀਂ ਥਾਂ ਤੇ ਖੁੱਲ ਚੁੱਕਾ ਹੈ। ਡਾਇਰੈਕਟ ਫਰਨੀਚਰ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਮਿਸਟਰ ਔਰ ਮਿਸਿਸ ਸੂਰੀ ਨੂੰ ਕਰੋ ਕਾਲ 604-572-5553 ਡਾਇਰੈਕਟ ਫਰਨੀਚਰ। ਰੋਜ਼ਾਨਾ ਖਬਰਾਂ ਵਿੱਚ ਅਸੌਲਟ, ਸੈਕਸ਼ੂਅਲ ਅਸੌਲਟ, ਥੈਫਟ, ਡਰਾਈਵਿੰਗ ਆਫੈਂਸਸ ਤੇ ਹੋਰ ਬੜੇ ਕ੍ਰਿਮੀਨਲ ਐਕਟੀਵਿਟੀਜ਼ ਬਾਰੇ ਸੁਣਦੇ ਹਾਂ। ਕਈ ਵਾਰੀ ਗਊਮਾਰ ਹੋ ਜਾਂਦੀ ਹੈ। ਚਾਲਬਾਜ਼ ਲੋਕ ਸਾਊ ਬੰਦੇ ਨੂੰ ਫਸਾ ਦਿੰਦੇ ਨੇ ਤੇ ਨਾਲੇ ਕ੍ਰਿਮੀਨਲ ਚਾਰजेस ਲਗਵਾ ਦਿੰਦੇ ਨੇ। ਅਗਰ ਤੁਸੀਂ ਵੀ ਕ੍ਰਿਮੀਨਲ ਚਾਰजेस ਦਾ ਸਾਹਮਣਾ ਕਰ ਰਹੇ ਹੋ ਤਾਂ ਨੌਜਵਾਨ ਵਕੀਲ ਜੋ 4 ਪ੍ਰੋਵਿੰਸ BC, ਅਲਬਰਟਾ, ਮੈਨੀਟੋਬਾ, ਓਨਟਾਰੀਓ ਵਿੱਚ ਗੁੰਝਲਦਾਰ ਕੇਸਸ ਜਿੱਤੇ ਹਨ, ਕ੍ਰਿਮੀਨਲ ਲਾਇਰ ਗਗਨ ਨਾਹਲ। ਅੱਜ ਹੀ ਕਰੋ ਕਾਲ ਕ੍ਰਿਮੀਨਲ ਕੇਸ ਜਿੱਤਣ ਦੇ ਵਿੱਚ ਮਾਹਰ ਵਕੀਲ ਗਗਨ ਨਾਹਲ ਨੂੰ 604-527 4769 6625 152A Street, Surrey। For all criminal charges, call Gagan Nahal 604-527-4769. ਹੈਲੋ, ਤੁਸੀਂ ਕਿੱਥੇ ਹੋ? ਕੰਮ ਤੇ ਆ ਯਾਰ, ਦੱਸ। ਮੇਰੀ ਗੱਡੀ ਦਾ ਨਾ 132 ਸਟਰੀਟ ਤੇ ਛੋਟਾ ਜਿਹਾ ਕੋਲੀਜਨ ਹੋ ਗਿਆ। ਮੈਨੂੰ ਤਾਂ ਕੁਝ ਨਹੀਂ ਸਮਝ ਆ ਰਿਹਾ ਕਿੱਥੇ ਲੈ ਕੇ ਜਾਵਾਂ। ਨਾਲੇ ਮੈਨੂੰ ਤਾਂ ਇੱਥੇ ਸਭ ਕੁਝ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ। ਦੇਖ, ਪਹਿਲੀ ਗੱਲ ਤਾਂ ਰੱਬ ਨੇ ਬਚਾ ਕਰਤਾ, ਠੀਕ ਹੈ। ਨਾਲੇ ਜੋ ਤੈਨੂੰ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ ਨਾ, ਉਹ ਲਾਜ਼ਮੀ ਬਲੈਕ ਐਂਡ ਵਾਈਟ ਆਟੋ ਬੋਡੀ ਦਾ ਸਾਈਨ ਹੋਣਾ ਹੈ। ਸੋ ਗੱਡੀ ਬਲੈਕ ਐਂਡ ਵਾਈਟ ਆਟੋ ਬੋਡੀ ਤੇ ਲੈ ਜਾ। ਬਲੈਕ ਐਂਡ ਵਾਈਟ ਆਟੋ ਬੋਡੀ ICBC accredited ਅਤੇ ਫੁੱਲ ਸਰਵਿਸ ਆਟੋ ਬੋਡੀ ਸ਼ਾਪ ਹੈ। ਪਹੁੰਚੋ 7823 132 ਸਟਰੀਟ ਸਰੀ ਦੇ ਵਿੱਚ। ਕਾਲ 604-503-0988। ਬਲੈਕ ਐਂਡ ਵਾਈਟ ਆਟੋ ਬੋਡੀ। ਮੀਡੀਆ ਵੇਸ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਨਾਲ ਦੀ ਨਾਲ ਦੱਸਦੀ ਹੈ ਕਿ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ ਗ੍ਰੇਟ ਬਲਾਈਂਡਸ। ਘਰ ਨਵਾਂ ਬਣਾਇਆ ਜਾਂ ਰੈਨੋਵੇਟ ਕੀਤਾ ਹੈ ਤਾਂ ਗ੍ਰੇਟ ਬਲਾਈਂਡਸ ਦੇ ਸ਼ੋਰੂਮ ਦੇ ਵਿੱਚ ਜਾਓ। ਮਾਡਰਨ ਡਿਜ਼ਾਈਨ ਦੇ ਬਲਾਈਂਡਸ ਦੀ ਬਹੁਤ ਜ਼ਿਆਦਾ ਵੱਡੀ ਮਾਤਰਾ ਹੈ ਇਹਨਾਂ ਪਾਸ। ਔਰ ਸ਼ੋਰੂਮ ਦਾ ਪਤਾ ਹੈ ਗ੍ਰੇਟ ਬਲਾਈਂਡਸ ਦਾ ਯੂਨਿਟ ਨੰਬਰ 14 13478 78th Avenue 6045037007 ਤੇ ਕਰ ਸਕਦੇ ਹੋ ਕਾਲ। ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ ਅਵਰਨ ਵਾਸ਼ਿੰਗਟਨ ਸਟੇਟ 2533217007 ਤੇ ਕਰ ਸਕਦੇ ਹੋ ਕਾਲ। info@greatblindscanada.com ਦੇ ਉੱਤੇ ਵਿਜ਼ਿਟ ਵੀ ਕਰ ਸਕਦੇ ਹੋ। ਸ਼ਾਹੀ ਕੇਟਰਿੰਗ ਐਂਡ ਸਵੀਟਸ ਐਂਡ ਰੈਸਟੋਰੈਂਟ ਦੇ ਮਾਲਕ ਕੁਲਵਿੰਦਰ ਸਿੰਘ ਪੁੰਨੀ ਪ੍ਰੋਗਰਾਮ ਦੇ ਸਪਾਂਸਰ ਨੇ। ਕੇਟਰਿੰਗ ਦੀ ਦੁਨੀਆ ਦੇ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾ ਚੁੱਕੇ ਕੁਲਵਿੰਦਰ ਸਿੰਘ ਪੁੰਨੀ ਦਾ ਕਹਿਣਾ ਕੇਟਰਿੰਗ ਛੋਟੀ ਤੋਂ ਛੋਟੀ ਹੈ, ਵੱਡੀ ਤੋਂ ਵੱਡੀ ਹੈ। 150 ਬੰਦੇ ਦੀ ਕੈਪੈਸਿਟੀ ਦੇ ਹਾਲ ਦੇ ਵਿੱਚ ਪਾਰਟੀ ਬੁੱਕ ਕਰਨੀ ਹੈ ਤਾਂ ਕਰੋ ਕਾਲ 604-671-1400 ਦੇ ਉੱਤੇ। ਰੈਸਟੋਰੈਂਟ ਦਾ ਪਤਾ 12815 85th Avenue ਤੇ ਹੈ ਜਿੱਥੇ ਤੁਸੀਂ ਭਾਂਤ ਸਪਾਂਦੇ ਸਵਾਦੂ ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਖਾਣੇ ਦਾ ਆਨੰਦ ਮਾਣ ਸਕਦੇ ਹੋ। ਵੈਜ ਨਾਨ ਵੈਜ ਥਾਲੀ, ਹਰ ਤਰ੍ਹਾਂ ਦੇ ਪਰੌਂਠੇ, ਲਾਹੌਰੀ ਕੁਲਚਾ, ਗੋਟ ਮੀਟ ਕੜੀ ਦੇ ਨਾਲ ਤਾਜ਼ਾ ਮਠਾਈ ਹੁੰਦੀ ਹੈ ਹਮੇਸ਼ਾ। ਵਿਆਹ ਦੀ ਭਾਜੀ ਬਣਵਾਉਣੀ ਹੈ ਤਦ ਵੀ ਕਰੋ ਸ਼ਾਹੀ ਕੇਟਰਿੰਗ ਐਂਡ ਸਵੀਟਸ ਐਂਡ ਰੈਸਟੋਰੈਂਟ ਦੇ ਮਾਲਕ ਕੁਲਵਿੰਦਰ ਸਿੰਘ ਪੁੰਨੀ ਨੂੰ ਕਾਲ 604-671-1400 604-671-1400 ਦੇ ਉੱਤੇ ਤੁਸੀਂ ਉਹਨਾਂ ਨਾਲ ਸੰਪਰਕ ਹੈ ਜਿਹੜਾ ਉਹ ਪੈਦਾ ਕਰ ਸਕਦੇ ਹੋ। ਔਰ ਮੀਡੀਆ ਵੇਸ ਦੇ ਪਲੇਟਫਾਰਮ ਤੋਂ ਅੱਜ ਜਿਹੜਾ ਮਸਲਾ ਤੁਹਾਡੇ ਸਾਰਿਆਂ ਨਾਲ ਅਸੀਂ ਡਿਸਕਸ ਕਰ ਰਹੇ ਹਾਂ, ਖਾਸ ਤੌਰ ਦੇ ਉੱਤੇ ਨਵੇਂ ਇਮੀਗ੍ਰੈਂਟ ਉਹ ਕਿਸ ਦੁਸ਼ਵਾਰੀਆਂ ਦੇ ਵਿੱਚੋਂ ਲੰਘ ਰਹੇ ਨੇ। ਔਰ ਇਸ ਬੱਚੀ ਦਵਿੰਦਰ ਅਪਾਲ ਕੌਰ ਦੇ ਨਾਲ ਅਸੀਂ ਸਿੱਧੀ ਵੀ ਤੁਹਾਡੇ ਨਾਲ ਗੱਲਬਾਤ ਕਰਵਾਈ ਹੈ। ਔਰ ਅਸ਼ਾ ਨਾਲ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਇਹਨਾਂ ਤਾਂ ਥਰਡ ਵਰਲਡ ਕੰਟਰੀਜ਼ ਦੇ ਵਿੱਚ ਵੀ ਬੱਚਿਆਂ ਦੇ ਨਾਲ ਆਹ ਮਾੜਾ ਹਾਲ ਨਹੀਂ ਹੁੰਦਾ ਜਿਹੜਾ ਮਾੜਾ ਵਰਤਾਵ ਇਸ ਲੜਕੀ ਦੇ ਨਾਲ, ਜਿਹੜੀ ਇੱਕ ਤਰੀਕੇ ਨਾਲ ਰੈਂਟ ਦੇ ਕੇ 3 ਮਹੀਨਿਆਂ ਦਾ $1500 ਰੈਂਟ ਦੇ ਕੇ ਆਪਣੇ ਆਪ ਨੂੰ ਨਜ਼ਰਬੰਦ ਹੈ ਜਿਹੜਾ ਉਸ ਥਾਂ ਦੇ ਉੱਤੇ ਬੈਠੀ ਹੋਈ ਹੈ। ਔਰ ਖਾਸ ਤੌਰ ਦੇ ਉੱਤੇ ਬੱਚੀ ਦਾ ਇਹ ਕਹਿਣਾ ਕਿ ਮੇਰੀਆਂ ਡਾਕੂਮੈਂਟਸ
ਤੇ ਮੈਨੂੰ ਮੇਰੇ ਕਿਤਾਬਾਂ ਤੇ ਨੋਟਸ ਚਾਹੀਦੇ ਨੇ। Bilkul, we have discussed this. We have another 5 minutes. Jazz is with us from Global Unity. Jazz knows the legal prospect of this. Jazz, what do you think what's going to happen next with this case? So now, once we get the stay, we're gonna be asking for the keys back, and we're also asking for damages. Okay, so we want her stuff back is what we're asking for. Right now, the police can't arrest them because they don't have any proof. But they said the moment they are documenting the file, they are asking us to send everything that's missing. The minute that they feel like there's anything, if they keep commencing these threats, they're gonna get them under uttering threats, right? So we are trying to take every avenue. It's just how helpful is the procedure, right? So today we'll find out how helpful Supreme Court is. We are hoping to get there at 2 o'clock to get a hearing, and then we can see what her avenues are. It's just because it's too, I think what they were thinking was that nobody's gonna go to Supreme Court, it costs too much to go there, so they were thinking that she probably won't go. And then the thing is, luckily she has like good support from her brother, the guardian that's here. She's taking those steps, but for a normal person that's experiencing this stuff, they can't go anywhere. Jazz, I know that you have mentioned uttering threats. Legally in Canada, if you are renting any place, whether it's an apartment or even it's a shared accommodation or a rental basement unit, you technically own that place until you are paying the rent. So that is your home, your premises, and somebody who wants to come and visit you, and wants to pay a visit, the landlord cannot chase them with a hockey stick and a baseball bat. So what did RCMP say about that? The thing is that these people become their own witnesses. So whoever is around, like I said, the neighbors are very helpful with the landlords. They become their witnesses. So they give false statements. And then because it doesn't happen right in front of the cop, they don't have enough burden to put on these people, right? So the burden is on the tenant to prove that it happened. And then when the brother came, they did arrest Mr. Dule for a little while, put him in the back of the car, but once they said we don't have enough, they couldn't proceed with those charges. Well, कम्युनिटी को इस बात को ज़रूर सोचना चाहिए. हमारे जितने भी नॉन प्रॉफिट ऑर्गेनाइजेशंस हैं, चाहे वो रिलीजियस ऑर्गेनाइजेशंस है, शी इज़ अ गर्ल हु इज़ अंडर द एज ऑफ 18, और उसको मदद करना हमारी इंसानियत के फ़र्ज़ है, ह्यूमैनिटी है. और मैं गुजारिश करूँगी अपने जितने भी कम्युनिटी के नॉन प्रॉफिट ऑर्गेनाइजेशंस है, हमारे गुरुद्वारा साहब के जो लीडर्स हैं, हमारे कम्युनिटी के जो लीडर्स हैं, वो ज़रूर इस बात को सॉल्व करने की कोशिश करें. अगर किसी से 73 एवेन्यू और 141 स्ट्रीट पर जो दुल्हे फैमिली रहते हैं, उनसे कोई राब्ता है, उनसे कोई बातचीत करके इस मसले को हल कर सकते हैं, तो ज़रूर कराओ. बिकॉज़ एक लड़की है जिसको ज़रूरत है इस वक्त, और हमें इंसानियत के नाते हमें उनको मदद करना बहुत ज़रूरी है. अगर आपको कोई भी इंफॉर्मेशन चाहिए तो जाज़ तालीवाल जो ग्लोबल यूनिटी से आज हमारे साथ शामिल है. जाज़, व्हाट्स योर फ़ोन नंबर, एनीबडी वांट्स टू कांटेक्ट यू? 604-841-4502. 604-841-4502. और अगर आप हमें भी फ़ोन करेंगे 604-449-3333 पे, वी विल बी एबल टू गिव यू जाज़ तालीवाल्स फ़ोन नंबर फ्रॉम ग्लोबल यूनिटी. आज आप अपने टाइम निकाल कर आकर हमारी कम्युनिटी का ये मसला हमारे लिसनर्स तक डिस्कस किया. जाज़, थैंक यू सो मच. Thank you for giving us this avenue. दोस्तों, हम भी आपसे इजाज़त चाहेंगे. Until next time, goodbye and be safe. ਪ੍ਰੋਗਰਾਮ ਦੇ ਵਿੱਚ ਸਮਾਂ ਸਾਂਝਾ ਕਰਨ ਲਈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ.